के सारे प्यारे प्यारे ਸਰੋਤਿਆਂ ਦਾ ਕਾਂਛੀ ਟੀਵੀ ਦੇ ਵਿਹੜੇ ਵਿੱਚ ਸਵਾਗਤ ਹੈ ਜੀ। ਆਸ਼ਾ ਮਰਜੀ ਵੱਲੋਂ ਪਹਿਲਾਂ ਸਾਰਿਆਂ ਨੂੰ ਪਿਆਰੀ ਪਿਆਰੀ ਜੈ ਗੁਰਦੇਵ, ਜੈ ਵਾਲਮੀਕ, ਜੈ ਭੀਮ, ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਕਹਿੰਦੇ ਹੋਏ ਅਸੀਂ ਹਮੇਸ਼ਾ ਦੀ ਤਰ੍ਹਾਂ ਛੋਟੀ ਜਿਹੀ ਕਹਾਣੀ ਲੈ ਕੇ ਆਉਂਦੇ ਹਾਂ। ਤੇ ਉਸ ਕਹਾਣੀ ਵਿੱਚ ਜਿੰਨੀਆਂ ਵੀ ਕਹਾਣੀਆਂ ਮੈਂ ਅੱਜ ਤੱਕ ਲੈ ਕੇ ਆਈ ਹਾਂ, ਕੋਈ ਨਾ ਕੋਈ ਹਰ ਇੱਕ ਦੇ ਇਨਸਾਨ ਨਾਲ ਜੁੜੀਆਂ ਹੁੰਦੀਆਂ ਆ, ਸੱਚਾਈ ਹੁੰਦੀ ਆ। ਤੇ ਕਈਆਂ ਨਾਲ ਉਹ ਘਟਨਾ ਵੀ ਵਾਪਰੀਆਂ ਵੀ ਹੁੰਦੀਆਂ ਆ ਤੇ ਉਹ ਸੱਚਾਈ ਤਾਂ ਇਸ ਹੁੰਦੀ ਹੈ। ਇਹਦੇ ਵਿੱਚ ਵੀ ਜਿਹੜੀ ਮੈਂ ਲੈ ਕੇ ਆਈ ਹਾਂ ਇਹਦੇ ਵਿੱਚ ਵੀ ਸੱਚਾਈ ਆ, ਸੱਚਾਈ ਤੇ ਹੈਗੀ ਆ ਇਹ। ਤੇ ਇਸ ਕਰਕੇ ਮੈਂ ਕਿਹਾ ਚਲੋ ਵੀ ਚਲੋ ਇਹ ਅੱਜ ਬਹੁਤ ਜ਼ਰੂਰੀ ਆ ਜਿੱਦਾਂ ਦਾ ਟਾਈਮ ਚੱਲਦਾ ਆ। ਤੇ ਸ਼ੁਰੂ ਕਰਦੇ ਹਾਂ। ਡਿਪਰੈਸ਼ਨ ਦਾ ਸ਼ਿਕਾਰ ਇੱਕ ਨੌਜਵਾਨ ਜਦ ਇਲਾਜ ਤੋਂ ਬਾਅਦ ਠੀਕ ਹੋ ਗਿਆ ਤਾਂ ਹੋਰਾਂ ਨੂੰ ਬਹੁਤ ਵਧੀਆ ਗਾਈਡ ਕਰਨ ਲੱਗ ਪਿਆ। ਪਰਿਵਾਰ ਵਿੱਚ ਉਹ ਮੋਹਰੀ ਮਕਸਲੀ ਹੋ ਨਿਬੜਿਆ। ਪਰਿਵਾਰ ਵਿੱਚ ਜਾਣੀ ਉਹ ਮੋਹਰੀ ਸੀਗਾ ਸਾਰਿਆਂ ਦਾ। ਤੇ ਇੱਕ ਵਾਰ ਉਸ ਦੀ ਧਰਮ ਪਤਨੀ ਬਹੁਤ ਬਿਮਾਰ ਹੋ ਗਈ ਤਾਂ ਹਸਪਤਾਲ ਲੈ ਕੇ ਜਾਂਦਿਆਂ ਰਸਤੇ ਵਿੱਚ ਕਾਰ ਵਿੱਚ ਉਹ ਦਰਦ ਨਾਲ ਤੜਫ ਰਹੀ ਸੀ। ਤੇ ਉਹ ਕਹਿ ਰਹੀ ਸੀ, ਬਾਰ-ਬਾਰ ਇੱਕੋ ਹੀ ਗੱਲ ਕਹਿ ਰਹੀ ਸੀ ਕਿ ਮੈਂ ਹੁਣ ਨਹੀਂ ਬਚਦੀ। ਉਸ ਦੇ ਪਤੀ ਨੇ ਕਿਹਾ, ਘਬਰਾ ਨਾ ਤੂੰ, ਉਹ ਸਮਾਂ ਸੋਚ ਜਿਸ ਦਿਨ ਤੂੰ ਪੂਰੀ ਤਰ੍ਹਾਂ ਠੀਕ ਹੋ ਜਾਏਗੀ ਤਾਂ ਫਿਰ ਇਸੇ ਰਸਤੇ ਤੋਂ ਅਸੀਂ ਵਾਪਸ ਘਰ ਆ ਰਹੇ ਹੋਵਾਂਗੇ। ਇਹ ਗੱਲ ਦਾ ਪਤਨੀ 'ਤੇ ਐਸਾ ਅਸਰ ਹੋਇਆ ਕਿ ਹਫ਼ਤੇ 10 ਦਿਨ ਹਸਪਤਾਲ ਵਿੱਚ ਦਾਖਲ ਰਹਿੰਦਿਆਂ ਉਹ ਬਾਰ-ਬਾਰ ਇਹ ਸੋਚਦੀ ਰਹੀ ਕਿ ਮੈਂ ਇੱਕ ਦਿਨ ਠੀਕ ਹੋ ਕੇ ਘਰ ਜਾਵਾਂਗੀ। ਪਰਮਾਤਮਾ ਦੀ ਮਿਹਰ ਉਹ ਮਿੱਥੇ ਸਮੇਂ ਤੋਂ ਵੀ ਪਹਿਲਾਂ ਹੀ ਠੀਕ ਹੋ ਕੇ ਆਪਣੇ ਘਰ ਆ ਗਈ। ਚੰਗਾ ਸੋਚਣਾ ਬੜਾ ਜ਼ਰੂਰੀ ਆ। ਚੰਗਾ ਸੋਚੋਗੇ ਤਾਂ ਚੰਗਾ ਹੋਵੇਗਾ। ਇਹ ਘਟਨਾ ਤੋਂ ਪ੍ਰੇਰਨਾ ਕਰ ਲੈਣੀ ਚਾਹੀਦੀ ਆ। ਪਹਿਲਾ ਨੌਜਵਾਨ ਜੋ ਆਪ ਕਿਸੇ ਵੇਲੇ ਉਦਾਸੀ ਡਿਪਰੈਸ਼ਨ ਦਾ ਮਰੀਜ਼ ਸੀਗਾ। ਤੇ ਦੇਖੋ ਜੀ, ਉਹ ਆਪ ਪਹਿਲਾਂ ਡਿਪਰੈਸ਼ਨ ਦੇ ਵਿੱਚ ਸੀਗਾ। ਉਹਦੇ ਘਰ ਵਾਲਾ ਪਤਾ ਨਹੀਂ ਇਹ ਜਿਹੜੀ ਡਿਪਰੈਸ਼ਨ ਦੀ ਬਿਮਾਰੀ ਹੁੰਦੀ ਆ ਬਹੁਤ ਭੈੜੀ ਹੁੰਦੀ ਆ। ਇਹ ਤਾਂ ਜਿਹੜਾ ਗੁਜ਼ਰਦਾ ਆ ਜੇ ਤੇ ਹੁੰਦੀ ਆ ਉਹਨੂੰ ਪਤਾ ਹੁੰਦਾ ਆ ਡਿਪਰੈਸ਼ਨ ਕੀ ਹੁੰਦਾ ਆ, ਕਿੱਦਾਂ ਇੱਥੋਂ ਲੰਘਣਾ ਪੈਂਦਾ ਆ। ਕਈ ਵਾਰੀ ਬੰਦਾ ਅੰਦਰੋਂ ਬਾਹਰ ਨਹੀਂ ਨਿਕਲਦਾ, ਉਹਨੂੰ ਰੋਸ਼ਨੀ ਚੰਗੀ ਨਹੀਂ ਲੱਗਦੀ, ਕਈ ਗੱਲਾਂ ਇਹਦੇ ਵਿੱਚ ਆਉਂਦੀਆਂ ਆ। ਤੇ ਫਿਰ ਵੀ ਕੋਈ ਹੁੰਦਾ ਆ ਹਿੰਮਤ ਵਾਲਾ ਜਿਹੜਾ ਇਸ ਬਿਮਾਰੀ 'ਚੋਂ ਬਾਹਰ ਨਿਕਲ ਕੇ ਤਾਂ ਦੂਸਰਿਆਂ ਨੂੰ ਦੱਸਦਾ ਆ ਇੱਦਾਂ ਨਹੀਂ, ਇੱਦਾਂ ਠੀਕ ਆ। ਤੇ ਕਈ ਗੱਲਾਂ ਇਹ ਕਈਆਂ ਨਾਲ ਵਾਪਰੀਆਂ ਵੀ ਹੈਗੀਆਂ ਆ। ਮੈਨੂੰ ਵੀ ਪਤਾ ਇਹਨਾਂ ਗੱਲਾਂ ਤੋਂ, ਮੈਂ ਵੀ ਗੁਜ਼ਰੀ ਆ। ਤੇ ਡਿਪਰੈਸ਼ਨ ਜਿਹੜਾ ਬਹੁਤ ਮਾੜੀ ਚੀਜ਼ ਹੈਗੀ ਆ। ਤੇ ਜੇ ਤੁਸੀਂ ਇਹਦੇ ਵਿੱਚੋਂ ਨਿਕਲਣਾ ਆ ਤਾਂ ਤੁਸੀਂ ਜਦੋਂ ਤੁਸੀਂ ਠੀਕ ਹੁੰਦੇ ਆ ਤਾਂ ਤੁਸੀਂ ਆਪਣੀ ਸੋਚ ਬਦਲ ਲਓ, ਸੋਚ ਚੰਗੀ ਰੱਖੋ। ਚੰਗਾ ਸੋਚੋਗੇ ਤਾਂ ਚੰਗਾ ਹੋਵੇਗਾ। ਜੇ ਤੁਸੀਂ ਮਾੜਾ ਸੋਚੋਗੇ, ਉਹੀ ਗੱਲ ਇੱਕ ਕਹੀ ਜਾਓਗੇ ਬਾਰ-ਬਾਰ, ਫਿਰ ਉਹ ਮਾੜੀ ਹੋ ਜਾਂਦੀ ਆ। ਕਿਉਂਕਿ ਕੁਦਰਤ ਜਿਹੜੀ ਆ ਉਹ ਚੰਗੇ ਦਾ ਹੀ ਸਾਥ ਦਿੰਦੀ ਆ, ਮਾੜੇ ਦਾ ਉਹ ਠੀਕ ਆ, ਉਹ ਕਰ ਤਾਂ ਕੁਛ ਨਹੀਂ ਸਕਦੇ ਹੈਗੇ। ਮਾੜਾ ਬੰਦਾ ਮਾੜੀ ਸੋਚ ਮੈਂ ਤਾਂ ਕਹਿੰਦੀ ਰੱਖਣੀ ਨਹੀਂ ਚਾਹੀਦੀ ਹੈਗੀ। ਜਿਹੜੀ ਮਾੜੀ ਸੋਚ ਰੱਖਦੇ ਆ ਨਾ ਉਹਨਾਂ ਦੀ ਆਦਤ ਬਣ ਜਾਂਦੀ ਹੈ, ਪਰ ਆਦਤ ਮਾੜੀ ਆ। ਇਹ ਚੰਗੀ ਸੋਹਣੀ ਰੱਖੋ ਆਦਤ। ਤੇ ਹੁਣ ਅਸੀਂ ਲਾਈਨਾਂ ਖੋਲ੍ਹ ਦਿੱਤੀਆਂ ਆ ਤੇ ਤੁਸੀਂ ਟੈਲੀਫੋਨ ਕਰ ਸਕਦੇ ਆ। ਆਪਣੀ ਕਵਿਤਾ, ਗਜ਼ਲਾਂ, ਅਨਮੋਲ ਬਚਨ, ਉੱਦਾਂ ਵੀ ਤੁਸੀਂ ਮੇਰੇ ਨਾਲ ਗੱਲਾਂ ਬਾਤਾਂ ਕਰ ਸਕਦੀਆਂ। ਚੰਗਾ ਸੋਚੋਗੇ ਤਾਂ ਚੰਗਾ ਹੋਵੇਗਾ। ਤੇ ਇਹ ਵੀ ਤੁਸੀਂ ਗੱਲਾਂ ਕਰ ਸਕਦੇ, ਤੁਸੀਂ ਆਪਣੀ ਵੀ ਗੱਲ ਕਰ ਸਕਦੇ ਆ, ਕੋਈ ਇੱਦਾਂ ਦੀ ਗੱਲ ਨਹੀਂ। ਤੇ ਮੈਂ ਵੀ ਤੁਹਾਡੀ ਆਪਣੀ, ਤੁਸੀਂ ਵੀ ਮੇਰੇ ਆਪਣੇ ਆ। ਤੇ ਬਾਕੀ ਵਿਜੇ ਮੰਮੀ ਜੀ ਮੇਰਾ ਸਾਥ ਦੇ ਰਹੇ ਆ। ਕੰਟਰੋਲ ਰੂਮ ਦੇ ਵਿੱਚ ਤੁਸੀਂ ਟੈਲੀਫੋਨ ਕਰ ਸਕਦੇ ਆ ਤੇ ਜੋ ਵੀ ਤੁਸੀਂ ਗੱਲ ਕਰਨੀ ਚਾਹੁੰਦੇ ਆ ਤੇ ਕਰ ਸਕਦੇ ਆ। ਤੇ ਬਾਕੀ ਬਿਮਾਰੀਆਂ, ਦੁੱਖ ਸੁੱਖ ਤਾਂ ਜਿਹੜੇ ਸਰੀਰ 'ਤੇ ਹੈਗੇ ਆ, ਆਉਂਦੇ ਜਾਂਦੇ ਰਹਿੰਦੇ ਆ ਤੇ ਆਉਂਦੇ ਜਾਂਦੇ ਰਹਿਣੇ ਵੀ ਆ, ਕਿਉਂਕਿ ਇਹ ਸਾਡੀ ਜ਼ਿੰਦਗੀ ਦਾ ਹਿੱਸਾ ਆ। ਸਦਾ ਸੁੱਖ ਨਹੀਂ ਰਹਿੰਦਾ, ਸਦਾ ਦੁੱਖ ਨਹੀਂ ਰਹਿੰਦਾ। ਹਾਂ, ਕਈ ਵਾਰੀ ਦੁੱਖ ਇੱਦਾਂ ਦੇ ਹੁੰਦੇ ਆ, ਲੰਬੇ ਹੁੰਦੇ ਆ, ਟਾਈਮ ਲੱਗ ਜਾਂਦਾ ਆ। ਤੇ ਉਹ ਇੱਦਾਂ ਤੁਸੀਂ ਜਾਣੀ ਚੰਗਾ ਹੀ ਸੋਚਣਾ ਚਾਹੀਦਾ ਆ, ਘਬਰਾਉਣਾ ਨਹੀਂ ਚਾਹੀਦਾ। ਸਾਥੀ ਵੀ ਬਣ ਜਾਂਦਾ ਦੁੱਖ। ਕਈ ਵਾਰੀ ਬੰਦਾ ਇੱਦਾਂ, ਆਪਾਂ ਸਾਰੇ ਇਹਨਾਂ
ਇਹਨਾਂ ਗੱਲਾਂ ਵਿੱਚ ਦੀ ਗੁਜ਼ਰਦੇ ਹਾਂ। ਤੇ ਦੇਖੋ ਜੀ, ਉਹਦਾ ਸਤਿਗੁਰ ਦਾ ਨਾਂ ਲਓਗੇ ਤਾਂ ਸਾਰਾ ਕੁਝ ਠੀਕ ਆਪ ਹੀ ਹੋਈ ਜਾਣਾ ਆ। ਉਹ ਸਤਿਗੁਰ ਸਾਡੇ ਨਾਲ ਆ, ਜੇ ਤੁਸੀਂ ਉਹਨੂੰ ਖਿਆਲਾਂ 'ਚ ਰੱਖੋਗੇ ਤਾਂ ਬਹੁਤ ਵਧੀਆ ਗੱਲ ਆ। ਤੇ ਜਿੱਦਾਂ ਕਹਿੰਦੇ ਆ ਵੀ ਦੁਖੀ ਮਨੁੱਖ ਹਰ ਕਿਸੇ ਵਿੱਚੋਂ ਆਪਣਾ ਪਨ ਭਾਲਦਾ ਆ, ਤੇ ਸੁਖੀ ਮਨੁੱਖ ਤਾਂ ਪਰਮਾਤਮਾ ਨੂੰ ਵੀ ਨਹੀਂ ਜਾਣਦਾ। ਜਦੋਂ ਸੁਖੀ ਹੁੰਦਾ ਬੰਦਾ, ਉਹਨੂੰ ਪਰਮਾਤਮਾ ਵੀ ਨਹੀਂ ਚੇਤੇ ਰਹਿੰਦਾ, ਉਹਨੂੰ ਨਹੀਂ ਪਤਾ ਪਰਮਾਤਮਾ ਕਿੱਥੇ ਆ ਕਿੱਥੇ ਨਹੀਂ। ਆਪਣੇ ਸੁੱਖਾਂ ਵਿੱਚ ਇੱਦਾਂ ਖੁਸ਼ ਰਹਿੰਦਾ ਉਹ। ਥੋੜ੍ਹਾ ਜੇ ਅਸੀਂ ਪਹਿਲਾਂ ਹੀ ਯਾਦ ਕਰ ਲਿਆ ਕਰੀਏ ਤਾਂ ਫਿਰ ਅਸੀਂ ਇੰਨੇ ਦੁੱਖ ਤਾਂ ਨਾ ਭੋਗੀਏ। ਇਹ ਅਸੀਂ ਇੱਥੇ ਇੰਨਾ ਤਾਂ ਨਾ ਅਸੀਂ ਹੁਣ ਜੇ ਅਸੀਂ ਉਸ ਵੇਲੇ ਅਸੀਂ ਸੁੱਖ ਦੇ ਵੇਲੇ ਯਾਦ ਨਹੀਂ ਰੱਖਦੇ, ਤਾਂ ਜਦੋਂ ਅਸੀਂ ਦੁਖੀ ਹੁੰਦੇ ਹਾਂ ਤਾਂ ਫਿਰ ਅਸੀਂ ਉਹਨੂੰ ਯਾਦ ਰੱਖਦੇ ਹਾਂ, ਫਿਰ ਉਹਦਾ ਨਾਂ ਅਸੀਂ ਲੈਂਦੇ ਹਾਂ। ਤੇ ਸੁੱਖ ਦੇ ਵੇਲੇ ਥੋੜ੍ਹਾ ਜਿਹਾ ਯਾਦ ਕਰ ਲੈਣਾ ਚਾਹੀਦਾ ਆ। ਤੇ ਅੱਗੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਦੁਨੀਆ ਤੋਂ, ਜਿੱਦਾਂ ਦੇ ਵੀ ਆ ਸਾਨੂੰ ਖੁਦ 'ਤੇ ਮਾਣ ਆ। ਦੁਨੀਆ ਤਾਂ ਕਦੇ ਰੱਬ ਤੋਂ ਖੁਸ਼ ਨਹੀਂ ਹੋਈ, ਅਸੀਂ ਤਾਂ ਫੇਰ ਵੀ ਇਨਸਾਨ ਆ। ਦੁਨੀਆ ਤਾਂ ਰੱਬ ਤੋਂ ਵੀ ਨਹੀਂ ਖੁਸ਼ ਹੁੰਦੀ, ਅਸੀਂ ਤਾਂ ਇਨਸਾਨ ਆ। ਜੋ ਕਿ ਕਹਿੰਦਾ ਕਹੀ ਜਾਵੇ, ਤੁਸੀਂ ਉਹਦਾ ਫਿਕਰ ਨਾ ਕਰਿਆ ਕਰੋ। ਬਾਕੀ ਨੈਗੇਟਿਵਿਟੀ ਵਿੱਚ ਹੋਣੀ ਨਹੀਂ ਚਾਹੀਦੀ ਬੰਦੇ ਦੇ, ਮਾੜੀ ਸੋਚ ਨਹੀਂ ਰੱਖਣੀ ਚਾਹੀਦੀ। ਮਾੜੀ ਸੋਚ ਨੂੰ ਪਰੇ ਸੁੱਟਣਾ ਚਾਹੀਦਾ ਆ, ਤੇ ਚੰਗੀ ਸੋਚ ਰੱਖੋ। ਤੁਸੀਂ ਚੰਗੀ ਸੋਚ ਰੱਖੋਗੇ ਤਾਂ ਤੁਸੀਂ ਵਧੀਆ ਰਹੋਗੇ, ਅੱਗੇ ਵੀ ਤੁਸੀਂ ਵਾਧੇ ਫੁੱਲਦੇ ਰਹੋਗੇ। ਚੰਗੀ ਸੋਚ ਰੱਖਣ ਵਾਲਾ ਬੰਦਾ ਕਦੀ ਉਹਦਾ ਕਹਿੰਦੇ ਹੁੰਦੇ ਡਾਊਨ ਨਹੀਂ ਹੁੰਦਾ ਹੈਗਾ, ਉਹ ਅੱਗੇ ਵੱਧਦਾ ਹੀ ਜਾਂਦਾ ਆ। ਤੇ ਚੰਗੀ ਸੋਚ ਰੱਖਣੀ ਚਾਹੀਦੀ ਹੈ, ਚੰਗੀ ਸੋਚ ਰੱਖਿਆ ਕਰੋ। ਤੇ ਜਿੱਦਾਂ ਕਹਿੰਦੇ ਆ ਵੀ ਆਦਰ ਮਾਣ ਤਾਂ ਇੱਕ ਅਜਿਹਾ ਧਨ ਹੈ ਕਿ ਜੋ ਤੁਸੀਂ ਜਿੰਨਾ ਵੀ ਕਿਸੇ ਨੂੰ ਦੇਵੋਗੇ ਉਹ ਵਿਆਜ ਸਮੇਤ ਤੁਹਾਨੂੰ ਵਾਪਸ ਮਿਲ ਜਾਣਾ ਹੈ। ਇੱਕ ਦੂਜੇ ਦਾ ਆਦਰ ਮਾਣ ਕਰਿਆ ਕਰੋ, ਜਿੰਨਾ ਤੁਸੀਂ ਕਰੋਗੇ ਉਹ ਤਾਂ ਰੱਬ ਪਰਮਾਤਮਾ ਸਤਿਗੁਰ ਜਾਣਦਾ ਹੀ ਆ, ਤੇ ਉਹ ਤੁਹਾਨੂੰ ਵਿਆਜ ਸਮੇਂ ਮਿਲ ਵੀ ਜਾਂਦਾ ਆ। ਇੱਦਾਂ ਦੀ ਗੱਲ ਨਹੀਂ ਹੈਗੀ। ਦਿਨ ਤਾਂ ਕਹਿੰਦੇ ਹੁੰਦੇ ਉਤਰਾਅ ਚੜ੍ਹਾਅ ਤਾਂ ਆਉਂਦੇ ਰਹਿੰਦੇ ਆ, ਇਹ ਜ਼ਿੰਦਗੀ ਦਾ ਹਿੱਸਾ ਆ ਸਾਡੀ ਦਾ। ਤੇ ਇਹ ਇੱਦਾਂ ਹੁੰਦੀ ਹੀ ਰਹਿੰਦੀ ਆ। ਕਈ ਵਾਰੀ ਦਿਨ ਚੰਗੇ ਆ, ਕਈ ਵਾਰੀ ਮਾੜੇ ਆ, ਇਹ ਹਿਸਾਬ ਕਿਤਾਬ ਚੱਲਦਾ ਰਹਿੰਦਾ ਆ। ਤੇ ਇਹ ਗੱਲਾਂ ਤੋਂ ਘਬਰਾਉਣਾ ਨਹੀਂ ਚਾਹੀਦਾ, ਇੱਕ ਦੂਜੀਆਂ ਗੱਲਾਂ ਦਾ ਸਾਹਮਣਾ ਕਰਨਾ ਚਾਹੀਦਾ ਆ। ਤੇ ਇਹ ਬਿਲਕੁਲ ਹੀ ਨਹੀਂ, ਜਿੱਦਾਂ ਦੁੱਖ ਸੁੱਖ ਜਿਹੜੇ ਹੁੰਦੇ ਆਉਂਦੇ ਜਾਂਦੇ ਰਹਿੰਦੇ ਆ। ਜਿੱਦਾਂ ਕਹਿੰਦੇ ਆ ਨਿਰੇ ਲੋਕਾਂ ਦੀਆਂ ਨਜ਼ਰਾਂ ਵਿੱਚ ਚੰਗੇ ਬਣਨ ਨਾਲ ਆਤਮਿਕ ਜੀਵਨ ਵਾਸਤੇ ਕੁਝ ਵੀ ਹਾਸਲ ਨਹੀਂ ਹੁੰਦਾ। ਜੇ ਚੰਗੇ ਬਣਨਾ ਹੈ ਤਾਂ ਰੱਬ ਦੀਆਂ ਨਜ਼ਰਾਂ ਵਿੱਚ ਚੰਗੇ ਬਣੋ। ਚੰਗੇ ਬਣਨਾ ਤਾਂ ਰੱਬ ਦੀਆਂ ਨਜ਼ਰਾਂ 'ਚ ਬਣੋ। ਬੰਦਿਆਂ ਦਾ ਕੀ ਹੈ, ਬੰਦੇ ਬਥੇਰਾ ਕੁਛ ਕਹਿੰਦੇ ਆ। ਹੈਲੋ, ਚੰਗੇ ਬਣਨਾ ਤਾਂ ਰੱਬ ਦੀਆਂ ਨਜ਼ਰਾਂ 'ਚ ਬਣੋ। ਬੰਦੇ ਤਾਂ ਬਹੁਤ ਕੁਛ ਕਹਿੰਦੇ ਆ, ਬੰਦਿਆਂ ਦਾ ਕੀ ਆ। ਤੇ ਸੱਚਾਈ 'ਤੇ ਚੱਲਣਾ ਤੇ ਰਸਤੇ ਸੱਚਾਈ ਦੇ ਰਸਤੇ 'ਤੇ ਚੱਲਣ ਦੇ ਫਾਇਦੇ ਦੀ ਗੱਲ ਆ, ਕਿਉਂਕਿ ਇਸ ਰਸਤੇ 'ਤੇ ਭੀੜ ਨਹੀਂ ਹੁੰਦੀ। ਸੱਚਾਈ 'ਤੇ ਚੱਲਣਾ ਚਾਹੀਦਾ। ਜੇ ਤੁਸੀਂ ਸੱਚਾਈ 'ਤੇ ਚੱਲਦੇ ਆ ਤਾਂ ਉਹ ਨਾਲ ਹੀ ਆ ਤੁਹਾਡੇ ਸਤਿਗੁਰ। ਦੇਖੋ ਜੀ, ਉਹ ਤਾਂ ਕਹਿੰਦਾ ਆ ਤੁਸੀਂ ਸਹੀ ਚੱਲੋ, ਪਰ ਅਸੀਂ ਹੋਰ ਪਾਸੇ ਤੁਰੇ ਫਿਰਦੇ ਹਾਂ, ਕਿਉਂਕਿ ਸਾਨੂੰ ਤਾਂ ਪਤਾ ਨਹੀਂ। ਉਹ ਆਦਤ ਕਈਆਂ ਨੂੰ ਬਣ ਜਾਂਦੀ ਆ। ਜਿੰਨਾ ਮਰਜ਼ੀ ਤੁਸੀਂ ਕਹੀ ਜਾਓ, ਆਦਤਾਂ ਨਹੀਂ ਛੱਡ ਸਕਦੇ ਲੋਕ। ਤੁਸੀਂ ਚੰਗੇ ਬਣੀ ਜਾਓਗੇ, ਦੂਸਰਿਆਂ ਨੂੰ ਜੋ ਕਰਨਾ ਕਰੀ ਜਾਓ। ਤੁਸੀਂ ਆਪਣੇ ਕਰਮ ਕਰਨੇ ਆ, ਉਹਨੇ ਆਪਣੇ ਕਰਨੇ ਆ। ਆਪਣੇ ਕਰਮ ਕਰਦਾ ਇਨਸਾਨ। ਚੰਗੇ ਵੀ ਆਪਣੇ ਲਈ ਕਰਨਾ ਹੈ ਤਾਂ ਮਾੜਾ ਵੀ ਤੁਸੀਂ ਆਪਣੇ ਲਈ ਕਰਨਾ ਹੈ, ਕਿਸੇ ਲਈ ਨਹੀਂ ਕਰਨਾ ਹੈਗਾ। ਚੰਗੀ ਸੋਚ ਰੱਖੋਗੇ ਤਾਂ ਚੰਗਾ ਆ, ਤੇ ਚੰਗੀ ਸੋਚ ਲੈ ਕੇ ਅੱਗੇ ਚੱਲੋਗੇ ਤਾਂ ਤੁਹਾਨੂੰ ਫਾਇਦਾ ਆ, ਕਿਸੇ ਨੂੰ ਹੋਰ ਨੂੰ ਨਹੀਂ ਹੈਗਾ। ਤੇ ਜਿੱਦਾਂ ਦੇਖੋ, ਮੈਂ ਜਿਹੜੀ ਕਹਾਣੀ ਸੁਣਾਈ ਹੈ, ਕਹਾਣੀ ਦੇ ਵਿੱਚ ਉਹਨੇ ਕਿਹਾ ਵੀ ਤੂੰ ਚੰਗਾ ਹੀ ਸੋਚ, ਤੂੰ ਇਸੇ ਰਸਤੇ ਤੋਂ ਵਾਪਸ ਆਉਂਗੀ ਆਪਣੇ ਘਰ ਠੀਕ ਹੋ ਕੇ। ਨਹੀਂ ਤਾਂ ਉਹ ਕਹੀ ਜਾਂਦੀ ਸੀ ਮੈਂ ਮੁੜ ਕੇ ਨਹੀਂ ਆਉਣਾ, ਹਸਪਤਾਲ ਚੱਲੀ ਆ, ਮੈਂ ਠੀਕ ਨਹੀਂ, ਬਿਮਾਰ ਆ, ਜਿੱਦਾਂ ਦੀ ਮੇਰੀ ਹਾਲਤ ਆ। ਕਹਿੰਦੀ ਮੁੜ ਕੇ ਨਹੀਂ ਆਉਣਾ ਹੈਗਾ। ਮੈਂ ਪਤਾ ਨਹੀਂ, ਉਹਦੇ ਆਦਮੀ ਨੇ ਕਿਹਾ ਵੀ ਨਹੀਂ, ਤੂੰ ਚੰਗੀ ਸੋਚ ਗੱਲ ਰੱਖ ਵੀ ਤੂੰ ਮੁੜ ਕੇ ਇਸੇ ਰਸਤੇ ਆਉਂਗੀ। ਉਹ 8-10 ਦਿਨਾਂ ਤੋਂ ਵੀ ਛੇਤੀ ਪਹਿਲਾਂ ਹੀ ਆ ਗਏ ਠੀਕ ਹੋ ਗਏ, ਕਿਉਂਕਿ ਉਹ ਫਿਰ ਉਹੋ ਹੀ ਗੱਲ ਉਹਨੇ ਪੱਲੇ ਬੰਨ੍ਹ ਲਈ। ਜੇ ਅਸੀਂ ਇੱਕ ਗੱਲ ਪੱਲੇ ਬੰਨ੍ਹ ਲਈਏ, ਪੱਲੇ ਬੰਨ੍ਹ ਕੇ ਚੱਲੀਏ ਅਤੇ ਚੰਗੀ ਸੋਚ ਅਸੀਂ ਰੱਖੀਏ ਤਾਂ ਅਸੀਂ ਮੁੜ ਕੇ ਉੱਥੇ ਠੀਕ ਠਾਕ ਹੋ ਸਕਦੇ ਹਾਂ, ਆ ਵੀ ਸਕਦੇ ਹਾਂ। ਅਤੇ ਬਾਕੀ ਮਾੜੀ ਸੋਚ ਆਲੂ ਤਾਂ ਮੈਂ ਤਾਂ ਕਹਿੰਦੀ ਹੁੰਦੀ ਸੀ ਨਾ ਹੀ ਜਾ ਪੁੱਤ, ਚੰਗੀ ਗੱਲ ਆ। ਅਤੇ ਬਾਕੀ
ਹੁਣ ਕਈ ਇਹ ਸੋਚਦੇ ਹੀ ਮਾੜੀਆਂ ਗੱਲਾਂ ਆ, ਕਈਆਂ ਨੂੰ ਆਦਤ ਪੈ ਗਈ ਆ ਮਾੜਾ ਹੀ, ਬਸ ਆਪਣੇ ਲਈ ਤਾਂ ਜੋ ਕਰਨਾ ਕਰਨਾ, ਦੂਸਰੇ ਨੂੰ ਵੀ ਮਾੜਾ ਹੀ ਸੋਚਣਗੇ, ਮਾੜਾ ਹੀ ਕਰਨਗੇ। ਦੇਖੋ ਜੀ, ਸੱਚ ਦੀ ਇੱਛਾ ਹੁੰਦੀ ਆ ਹਰ ਕੋਈ ਉਸ ਨੂੰ ਪਹਿਚਾਣੇ, ਝੂਠ ਨੂੰ ਸਦਾ ਹੀ ਡਰ ਲੱਗਿਆ ਰਹਿੰਦਾ ਆ ਕਿ ਉਹਨੂੰ ਕੋਈ ਪਹਿਚਾਣ ਨਾ ਲਵੇ। ਸੱਚ ਨੂੰ ਤਾਂ ਇਹ ਹੁੰਦਾ ਆ ਵੀ ਸੱਚ ਕਹਿੰਦਾ ਵੀ ਮੇਰਾ ਜਿਹੜਾ ਸੱਚ ਆ ਉਹ ਸਾਰਿਆਂ ਦੇ ਸਾਹਮਣੇ ਆਉਣਾ ਚਾਹੀਦਾ ਹੈ। ਝੂਠ ਜਿਹੜਾ ਆ, ਝੂਠ ਨੂੰ ਡਰੇ ਲੱਗਿਆ ਰਹਿੰਦਾ, ਕਿਤੇ ਹੁਣ ਨਾ ਮੈਨੂੰ ਕੋਈ ਫੜ ਲਵੇ, ਹੁਣ ਨਾ ਫੜ ਲਵੇ, ਇਹ ਗੱਲਾਂ ਹੁੰਦੀਆਂ ਰਹਿੰਦੀਆਂ। ਅਤੇ ਟੈਲੀਫੋਨ ਨੰਬਰ ਅਸੀਂ ਦੱਸ ਦਿੰਦੇ ਹਾਂ, ਅਤੇ ਟੈਲੀਫੋਨ ਤੁਸੀਂ ਕਰ ਸਕਦੇ ਆ 0300770224 ਆ। ਇਸੇ ਕਾਲ 'ਤੇ ਤੁਸੀਂ ਕਾਲ ਕਰ ਸਕਦੇ ਆ। ਬਾਕੀ ਜਿੰਨੀਆਂ ਅਸੀਂ ਗੱਲਾਂ ਕਰਦੇ ਹਾਂ ਜਾਂ ਆਪਣੇ ਕਾਲਰ ਕਰਦੇ ਆ, ਇਹਦੇ ਵਿੱਚ ਕਾਂਚੀ TV ਦਾ ਕੋਈ ਲੈਣਾ ਦੇਣਾ ਨਹੀਂ, ਇਹ ਸਾਡੇ ਆਪਣੇ ਵਿਊ ਹੁੰਦੇ ਆ। ਜਿੱਦਾਂ ਕਹਿੰਦੇ ਆਦਰ ਮਾਣ ਇੱਕ ਅਜਿਹਾ ਧਨ ਹੈ ਕਿ ਜੋ ਤੁਸੀਂ ਜਿੰਨਾ ਵੀ ਕਿਸੇ ਨੂੰ ਦੇਵੋਗੇ ਓਨਾ ਹੀ ਤੁਹਾਨੂੰ ਵਾਪਸ ਮਿਲ ਜਾਣਾ ਆ। ਹਾਂ, ਆਦਰ ਮਾਣ ਜਿੰਨਾ ਤੁਸੀਂ ਕਿਸੇ ਨਾਲ ਕਰੋਗੇ ਓਨਾ ਹੀ ਤੁਹਾਨੂੰ ਵਾਪਸ ਮਿਲ ਜਾਣਾ ਆ। ਦੇਵਨ ਵਾਲਾ ਤਾਂ ਉਹ ਪਰਮਾਤਮਾ ਹੀ ਆ ਨਾ। ਜੇ ਤੁਸੀਂ ਕਿਸੇ ਨੂੰ ਕਰੋਗੇ ਤਾਂ ਖਿਆਲ ਉਹ ਅਗਲਾ ਵੀ ਕਰ ਲਊਗਾ, ਜੇ ਤੁਸੀਂ ਨਾ ਕਰੋਗੇ, ਜਿੱਦਾਂ ਕਹਿੰਦੇ ਵੀ ਰੂਹ ਬਿਮਾਰ ਹੋਵੇ ਤਾਂ ਗੁਰੂ ਨਾਲੋਂ ਵੱਡਾ ਕੋਈ ਵੈਦ ਨਹੀਂ ਹੁੰਦਾ। ਜੇ ਰੂਹ ਬਿਮਾਰ ਹੋਵੇ ਤਾਂ ਗੁਰੂ ਨਾਲੋਂ ਵੱਡਾ ਕੋਈ ਵੈਦ ਨਹੀਂ ਹੁੰਦਾ। ਵੈਦ ਨਹੀਂ, ਗੁਰਬਾਣੀ ਤੋਂ ਵੱਧ ਅਸਰ ਵਾਲੀ ਕੋਈ ਦਵਾ ਨਹੀਂ ਹੁੰਦੀ। ਜੇ ਅਸੀਂ ਗੁਰਬਾਣੀ ਵਿੱਚ ਆਪਣੇ ਖਿਆਲਾਂ 'ਚ ਲਿਆਉਂਦੇ ਹਾਂ, ਗੁਰਬਾਣੀ ਪੜ੍ਹਦੇ ਹਾਂ, ਅਤੇ ਉਹਦੇ ਵਿੱਚ ਉਹਦੇ ਵਰਗੀ ਕੋਈ ਦਵਾ ਨਹੀਂ ਹੈਗੀ। ਪਰ ਸਾਨੂੰ ਇਹ ਆ, ਅਸੀਂ ਸੱਚੇ ਮਨ ਨਾਲ ਜੇ ਪੜ੍ਹੀਏ ਤਾਂ ਫੇਰ ਹੀ ਅਸਰ ਹੋਊਗਾ। ਜੇ ਅਸੀਂ ਉਹ ਤੋਂ ਗੁਰਬਾਣੀ ਪੜ੍ਹ ਲਈ ਆ, ਵਿੱਚੋਂ ਅਸੀਂ ਹੋਰ ਕੁਛ ਆ, ਫੇਰ ਅਸਰ ਕਿੱਦਾਂ ਹੋਊਗਾ? ਫੇਰ ਤਾਂ ਨਹੀਂ ਅਸਰ ਹੋਣਾ ਹੈਗਾ, ਫੇਰ ਅਸਰ ਨਹੀਂ ਹੁੰਦਾ ਇਹਨਾਂ ਗੱਲਾਂ ਦਾ। ਜੇ ਤੁਸੀਂ ਗੁਰਬਾਣੀ ਪੜ੍ਹਦੇ ਆ, ਗੁਰਬਾਣੀ ਦਾ ਉੱਧਰ ਹੀ ਧਿਆਨ ਦਿੰਦੇ ਆ, ਤਾਂ ਫੇਰ ਉਹਦਾ ਅਸਰ ਹੁੰਦਾ ਆ। ਜੇ ਹੁਣ ਉੱਤੋਂ ਅਸੀਂ ਬਾਣੀ ਪੜ੍ਹੀ ਜਾਂਦੇ ਹਾਂ, ਵਿੱਚ ਸਾਡੇ ਅੰਦਰ ਕੁਛ ਹੋਰ ਚੱਲਦੀ ਹੈ ਗੱਲ, ਫੇਰ ਅਸਰ ਨਹੀਂ ਹੁੰਦਾ ਹੈਗਾ। ਫੇਰ ਅਸਰ ਕਿੱਦਾਂ ਹੋ ਸਕਦਾ ਆ? ਅਤੇ ਫੇਰ ਅਸਰ ਤਾਂ ਫੇਰ ਹੀ ਹੋਗਾ ਜੇ ਤੁਸੀਂ ਉਹਨੂੰ ਪੂਰੇ ਸੱਚਾਈ ਦੇ ਨਾਲ ਚੱਲੋਗੇ ਤਾਂ। ਅੰਨੀਆਂ ਅੱਖੀਆਂ ਨਹੀਂ ਅੰਨੇ ਦਿਲ ਹੁੰਦੇ ਨੇ, ਅੱਖਾਂ ਨੂੰ ਸਭ ਦਿਖਾਈ ਦੇ ਰਹੇ ਹੋਣ ਦੇ ਵਜੂਦ ਵੀ ਕਿਸੇ 'ਤੇ ਤਰਸ ਨਾ ਆਵੇ, ਫਿਰ ਉਹ ਅੰਨਾ ਦਿਲ ਹੀ ਹੁੰਦਾ ਆ। ਕਈ ਵਾਰੀ ਬੰਦੇ ਨੂੰ ਕਈ ਇੰਨੀ ਮੁਸੀਬਤ ਵਿੱਚ ਹੁੰਦੇ ਆ, ਦੇਖ ਕੇ ਪਰੇ ਨੂੰ ਲੰਘ ਜਾਂਦੇ ਆ, ਅਣਦੇਖਾ ਜਿਹਾ ਕਰ ਦਿੰਦੇ ਲੋਕ। ਇੱਦਾਂ ਨਹੀਂ ਕਰਨੀ ਚਾਹੀਦੀ, ਅਣਦੇਖਾ ਨਹੀਂ ਕਰਨਾ ਚਾਹੀਦਾ, ਇੱਦਾਂ ਪਰੇ ਨੂੰ ਨਹੀਂ ਲੰਘਣਾ ਚਾਹੀਦਾ। ਫਿਰ ਤੁਹਾਡਾ ਦਿਲ ਹੀ ਇੰਨਾ ਹੋ ਗਿਆ, ਉਹ ਤਾਂ ਇੰਨਾ ਹੋ ਗਿਆ ਕਰਕੇ ਤੁਸੀਂ ਜਾਣ ਕੇ ਇੱਦਾਂ ਅਣਦੇਖਾ ਕਰ ਗਏ। ਉਹਦੇ ਵੱਲ ਦੇਖ ਕੇ ਇੱਦਾਂ ਨਹੀਂ ਕਰਨੀ ਚਾਹੀਦੀ। ਉਹਨੂੰ ਦੇਖ ਕੇ ਤਾਂ ਤੁਹਾਡਾ ਫਰਜ਼ ਬਣਦਾ ਆ ਵੀ ਤੁਸੀਂ ਉਹਦੇ ਕੋਲ ਜੋ ਪੁੱਛੋ, ਉਹਦਾ ਹਾਲ ਚਾਲ ਉਹ ਕਿੱਦਾਂ ਹੈਗਾ ਆ। ਕਈ ਵਾਰੀ ਕੋਈ ਮੁਸੀਬਤ ਵਿੱਚ ਹੁੰਦਾ ਆ, ਤੁਹਾਡਾ ਫਰਜ਼ ਬਣਦਾ ਤੁਸੀਂ ਉਹਦਾ ਸਾਥ ਦੇਵੋ। ਤੁਸੀਂ ਇੱਦਾਂ ਨਹੀਂ ਕਰਨਾ ਵੀ ਤੁਸੀਂ ਉਹਨੂੰ ਅਣਦੇਖਾ ਕਰ ਦਿਓ, ਅਣਦੇਖਾ ਨਹੀਂ ਕਰਨਾ ਚਾਹੀਦਾ। ਅਤੇ ਉਹਨੂੰ ਦੇਖ ਕੇ ਉਹਨੂੰ ਪੁੱਛੋ ਉਹਦਾ ਹਾਲ ਚਾਲ ਕਿੱਦਾਂ ਆ। ਤਾਂ ਫਿਰ ਤੁਸੀਂ ਅੱਖਾਂ ਤੋਂ ਅੰਨੇ ਤਾਂ ਹੋ ਕੇ ਤਾਂ ਤੁਸੀਂ ਦਿਲ ਤੋਂ ਅੰਨੇ ਕਾਹਤੇ ਹੁੰਦੇ ਆ? ਇੱਦਾਂ ਨਹੀਂ ਹੋਣਾ ਚਾਹੀਦਾ। ਤੁਹਾਨੂੰ ਦੀਦਾ ਆ, ਤੁਹਾਡੇ ਕੋਲ ਸਾਹਮਣੇ ਕੋਈ ਹੈਗਾ ਮੁਸੀਬਤ ਵਿੱਚ ਆ, ਤਾਂ ਤੁਹਾਡਾ ਫਰਜ਼ ਬਣਦਾ ਤੁਸੀਂ ਉਹਦਾ ਸਾਥ ਦੇਵੋ। ਜੇ ਤੁਸੀਂ ਸਾਥ ਨਹੀਂ ਦਿੰਦੇ ਤਾਂ ਉਹ ਵੀ ਅਗਲਾ ਸੋਚਦਾ ਆ ਵੀ ਇਹ ਕਿੱਦਾਂ ਦਾ ਇਨਸਾਨ ਆ, ਇਹਦੇ ਵਿੱਚ ਤਾਂ ਉਹ ਗੱਲ ਹੀ ਹੈ ਨਹੀਂ ਗੀ। ਬਿਨਾਂ ਸੋਚੇ ਇਹ ਬੰਦਾ ਉੱਦਾਂ ਹੀ ਪੁੱਛੇ ਬਿਨਾਂ ਲੰਘ ਗਿਆ। ਜਦੋਂ ਖੁਦਾ ਆਪਣੇ ਬੰਦੇ ਨੂੰ ਬਖਸ਼ਣ 'ਤੇ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਉਹਨੂੰ ਗੁਰਬਾਣੀ ਦਾ ਇਸ਼ਕ ਲਾਉਂਦਾ ਆ। ਇਹ ਤਾਂ ਸਗੋਂ ਗੱਲ ਬਹੁਤ ਵਧੀਆ ਹੈ। ਜਦੋਂ ਖੁਦਾ ਬੰਦੇ ਨੂੰ ਬਖਸ਼ਣ 'ਤੇ ਆਉਂਦਾ ਹੈ, ਜੇ ਉਹ ਬਖਸ਼ਦਾ ਆ ਅਤੇ ਉਹ ਗੁਰਬਾਣੀ ਦਾ ਇਸ਼ਕ ਲਾਉਂਦਾ ਆ। ਗੁਰਬਾਣੀ ਦਾ ਇਸ਼ਕ ਤਾਂ ਬਹੁਤ ਵਧੀਆ ਹੈ। ਜੇ ਕੋਈ ਗੁਰਬਾਣੀ ਵੱਲ ਲੱਗ ਜਾਵੇ, ਉਹਦੀ ਸੁਤਾ ਉੱਧਰ ਲੱਗ ਜਾਵੇ, ਤਾਂ ਫਿਰ ਤਾਂ ਦੇਖੋ ਜੀ, ਸਭ ਤੋਂ ਪਹਿਲਾਂ ਉਹਨੂੰ ਗੁਰਬਾਣੀ ਦਾ ਇਸ਼ਕ ਲਾਉਂਦਾ
ਰੱਖਣਾ ਪਾਣੀ ਜਿਹਾ ਸਵਾਦ। ਤੇ ਉਹ ਕਹਿੰਦਾ ਵੀ ਜਿੱਦਾਂ ਸਵਾਦ ਜਿਹੜਾ ਤੁਹਾਡਾ ਪਾਣੀ ਜਿਹਾ ਹੋਣਾ ਚਾਹੀਦਾ ਆ, ਸਾਰਿਆਂ ਦਾ ਨਾਲ ਮਿਲਿਆ ਹੋਣਾ ਚਾਹੀਦਾ ਆ, ਇੱਦਾਂ ਦਾ ਨਹੀਂ ਹੋਣਾ ਚਾਹੀਦਾ ਹੈਗਾ। ਇਹ ਜਿਹੜਾ ਗੁਰਬਾਣੀ ਦਾ ਇਸ਼ਕ ਆ, ਇਹ ਤਾਂ ਬਹੁਤ ਦੇਖੋ ਜੀ, ਇਹ ਤਾਂ ਕਿਸੇ ਕਿਸੇ ਨੂੰ ਲੱਗਦਾ ਆ, ਸਾਰਿਆਂ ਨੂੰ ਨਹੀਂ ਹੈਗਾ। ਸਾਰੇ ਗੱਲਾਂ ਤਾਂ ਬਥੇਰੀਆਂ ਕਰ ਲੈਂਦੇ ਲੋਕ, ਪਰ ਇਹ ਇੱਧਰ ਗੁਰਬਾਣੀ ਵੱਲ ਨੂੰ ਲੋਕ ਇਕੱਠੇ ਹੀ ਜਾਂਦੇ ਆ, ਗੁਰਦੁਆਰੇ ਵੀ ਜਾਂਦੇ ਆ, ਸੁਣ ਕੇ ਆ ਜਾਂਦੇ ਆ। ਅਤੇ ਕੋਈ ਇੱਦਾਂ ਨਹੀਂ ਹੈਗਾ ਵੀ ਚੱਲ ਕਹਿੰਦੇ ਪਾਠ ਸੁਣ ਲਿਆ ਆ ਗਏ ਆ, ਅਸਰ ਨਹੀਂ ਕਰਨਾ। ਜੇ ਤੁਸੀਂ ਅਸਰ ਕਰਦੇ ਆ ਅਤੇ ਫਿਰ ਤੁਸੀਂ ਉਹ ਤੁਹਾਨੂੰ ਫਾਇਦਾ ਹੋਣਾ ਆ, ਕਿਸੇ ਹੋਰ ਨੂੰ ਨਹੀਂ ਹੋਣਾ, ਤੁਹਾਨੂੰ ਹੀ ਹੋਣਾ ਆ। ਉਹਦਾ ਤੁਹਾਨੂੰ ਫਾਇਦਾ ਹੋਣਾ, ਕਿਸੇ ਹੋਰ ਨੂੰ ਨਹੀਂ ਹੋਣਾ ਹੈਗਾ। ਉਹਦੇ 'ਤੇ ਤੁਹਾਡਾ ਹੀ ਆ ਵੀ ਜੇ ਤੁਸੀਂ ਉਹਦੇ 'ਤੇ ਕਰਦੇ ਆ, ਜੇ ਉਹ ਬੰਦਾ ਵੀ, ਰੱਬ ਵੀ ਬੰਦੇ ਨੂੰ ਬਖਸ਼ਦਾ ਤਾਂ ਹੀ ਆ ਵੀ ਚੱਲ ਇਹ ਇਸ ਰਾਹ ਲੱਗੇ, ਉਹਦੇ ਵੱਲ ਜਾਵੇ, ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਆ। ਅਤੇ ਇਹ ਬਹੁਤ ਘੱਟ ਹੁੰਦੀ ਆ। ਫਿਰ ਇਹ ਵੀ ਗੱਲ ਕਹਿੰਦੇ ਵੀ ਪਾਣੀ ਵਰਗੀ ਜ਼ਿੰਦਗੀ ਰੱਖਣਾ ਪਾਣੀ ਜਿਹਾ ਸੁਭਾਅ, ਡਿੱਗ ਪਵੇ ਤਾਂ ਝਰਨਾ ਬਣਨਾ, ਤੁਰ ਪਵੇ ਤਾਂ ਦਰਿਆ। ਪਾਣੀ ਵਰਗੀ ਜ਼ਿੰਦਗੀ ਕਹਿੰਦੇ ਰੱਖਣਾ, ਪਾਣੀ ਜਿਹਾ ਸੁਭਾਅ ਰੱਖਣਾ, ਹੈ ਨਾ। ਪਾਣੀ ਜਿਹਾ ਸੁਭਾਅ, ਡਿੱਗ ਪਵੇ ਤਾਂ ਝਰਨਾ ਬਣਨਾ, ਤੁਰ ਪਵੇ ਤਾਂ ਦਰਿਆ। ਕਹਿੰਦੇ ਵੀ ਦਰਿਆ ਬਣਨਾ, ਡਿੱਗ ਪਵੇ ਤਾਂ ਝਰਨਾ ਬਣ ਜਾਣਾ, ਇੱਦਾਂ ਦੀ ਜ਼ਿੰਦਗੀ ਹੋਣੀ ਚਾਹੀਦੀ ਆ। ਅਤੇ ਤੁਸੀਂ ਡਿੱਗ ਪਵੋ ਤਾਂ ਝਰਨਾ ਬਣ ਜਾਓ, ਤੁਰ ਪਵੋ ਤਾਂ ਦਰਿਆ ਬਣ ਜਾਓ, ਦਰਿਆ ਵਾਂਗੂ ਹੋਣਾ ਚਾਹੀਦਾ ਆ। ਇਹ ਵੀ ਕੋਈ ਕੋਈ ਹੋ ਸਕਦਾ ਆ। ਜ਼ਿੰਦਗੀ ਕਈ ਤਰ੍ਹਾਂ ਹੁੰਦੀ ਆ, ਆਪਣੀ ਹਰ ਇੱਕ ਦੀ ਜ਼ਿੰਦਗੀ ਵੱਖਰੀ ਹੁੰਦੀ ਆ, ਕਈਆਂ ਦੀ ਕਿਸੇ ਤਰ੍ਹਾਂ ਚੱਲਦੀ, ਕਈਆਂ ਦੀ ਕਿਸੇ ਤਰ੍ਹਾਂ ਚੱਲਦੀ ਆ। ਬਾਕੀ ਉਤਰਾਅ ਚੜ੍ਹਾਅ ਤਾਂ ਹਰ ਇੱਕ ਦੀ ਜ਼ਿੰਦਗੀ 'ਚ ਆਉਂਦੇ ਰਹਿੰਦੇ ਆ। ਹਰ ਇੱਕ ਨੂੰ ਪਤਾ ਆ ਸਾਡੀ ਜ਼ਿੰਦਗੀ 'ਚ ਕੁਛ ਨਾ ਕੁਛ ਆਉਂਦਾ ਜਾਂਦਾ ਰਹਿੰਦਾ ਆ। ਅਤੇ ਜੇ ਆਪਾਂ ਇੱਕ ਦੂਸਰੇ ਨਾਲ ਰਲ ਕੇ ਦੁੱਖ ਸੁੱਖ ਕਰ ਲਈਏ ਤਾਂ ਫਿਰ ਉਹ ਥੋੜ੍ਹਾ ਬਾਹਲਾ ਘੱਟ ਵੀ ਜਾਂਦਾ ਆ, ਇਹ ਆਪਾਂ ਨੂੰ ਵੀ ਪਤਾ ਆ। ਅਤੇ ਕਈ ਵਾਰੀ ਇੱਦਾਂ ਹੁੰਦੀ ਆ, ਕਈ ਵਾਰੀ ਕਈ ਲੋਕ ਜਿੱਦਾਂ ਕਿਸੇ ਦੇ ਨਾਲ ਕਈ ਗੱਲਾਂ ਸ਼ੇਅਰ ਨਹੀਂ ਕਰਦੇ ਹੈਗੇ, ਕਿਸੇ ਨਾਲ ਕਰਦੇ ਨਹੀਂ, ਅੰਦਰ ਹੀ ਅੰਦਰ ਉਹ ਰਹਿੰਦੇ ਆ। ਕਈ ਪ੍ਰੋਬਲਮਾਂ 'ਚ ਹੁੰਦੇ ਆ, ਘਰ ਦੀਆਂ ਕਈ ਪ੍ਰੋਬਲਮਾਂ ਹੁੰਦੀਆਂ, ਕਈਆਂ ਨੂੰ ਪਤੀ ਪਤਨੀ ਦੀ ਵੀ ਹੋ ਜਾਂਦੀ ਆ, ਬੱਚਿਆਂ ਦੀ ਵੀ ਹੋ ਜਾਂਦੀ ਆ। ਕਈ ਡਿਪਰੈਸ਼ਨ ਵਿੱਚ ਬਹੁਤ ਲੋਕ ਹੋ ਜਾਂਦੇ ਆ। ਜਿਹੜੇ ਡਿਪਰੈਸ਼ਨ ਵਿੱਚ ਚਲੇ ਜਾਂਦੇ ਆ, ਉਹਨਾਂ ਨੂੰ ਪੁੱਛ ਕੇ ਦੇਖੋ ਉਹਨਾਂ ਦੀ ਜ਼ਿੰਦਗੀ ਕਿੱਦਾਂ ਦੀ ਹੋ ਜਾਂਦੀ ਆ। ਇਹ ਜਿਹੜਾ ਇਹ ਸਫ਼ਰ ਆ, ਜਿਹੜਾ ਕੱਢਦਾ ਉਹਨੂੰ ਪਤਾ ਆ, ਇਹ ਬਹੁਤ ਭੈੜੀ ਬਿਮਾਰੀ ਆ। ਡਿਪਰੈਸ਼ਨ ਤਾਂ ਕਿਸੇ ਨੂੰ ਹੋਵੇ ਨਾ ਉੱਦਾਂ, ਪਰ ਇੱਥੇ ਹੁਣ ਸਾਰੇ ਪਾਸੇ ਉਦਾਸੀ ਲੋਕਾਂ ਨੂੰ ਜ਼ਿਆਦਾ ਆ, ਪਰੇਸ਼ਾਨੀਆਂ ਬਹੁਤ ਆ, ਟੈਨਸ਼ਨਾਂ ਬਹੁਤ ਆ, ਕਈ ਤਰ੍ਹਾਂ ਦੀਆਂ ਟੈਨਸ਼ਨਾਂ, ਇਹ ਨਹੀਂ ਪਤਾ। ਅਤੇ ਕੋਈ ਟਾਈਮ ਹੀ ਇੱਦਾਂ ਦੀ ਆ। ਜਦੋਂ ਪਹਿਲਾ ਟਾਈਮ ਸੀਗਾ, ਪਹਿਲਾ ਸਮਾਂ ਸੀਗਾ, ਉਦੋਂ ਕੋਈ ਇੰਨੀਆਂ ਟੈਨਸ਼ਨਾਂ ਨਹੀਂ ਸੀ। ਟੈਨਸ਼ਨਾਂ ਸੀਗੀਆਂ ਪਰ ਲੋਕ ਇੱਦਾਂ ਨਹੀਂ ਸੀ ਬਾਹਲਾ ਕਰਦੇ ਹੁੰਦੇ, ਇੱਕ ਦੂਜੇ ਦਾ ਸਾਥ ਬਹੁਤ ਦਿੰਦੇ ਸੀਗੇ। ਅਤੇ ਉਦਾਸ ਤਾਂ ਕਿਸੇ ਨੂੰ ਹੋਣ ਹੀ ਨਹੀਂ ਸੀ ਦਿੰਦੇ ਹੁੰਦੇ, ਇੱਦਾਂ ਦੇ ਟਾਈਮ ਹੁੰਦੇ ਸੀਗੇ। ਕਿਸੇ ਨੂੰ ਉਦਾਸ ਉਹ ਹੋਣ ਹੀ ਨਹੀਂ ਸੀ ਦਿੰਦੇ। ਉਹ ਕਹਿੰਦੇ ਹੁੰਦੇ ਸੀਗੇ ਜੇ ਕਿਤੇ ਕੋਈ ਗੱਲ ਮਾੜੀ ਜਿਹੀ ਹੋਣੀ, ਅਗਲਿਆਂ ਨੇ ਰਿਸ਼ਤੇਦਾਰ ਸਾਰੇ ਇੱਕ ਦੂਜੇ ਦੇ ਕੋਲ ਆ ਜਾਂਦੇ ਸੀਗੇ, ਤਾਂ ਅਗਲਿਆਂ ਦੇ ਕੋਲ ਆ ਕੇ ਬਹਿ ਜਾਣਾ, ਗੱਲਾਂ ਬਾਤਾਂ ਕਰਨੀਆਂ, ਅਤੇ ਪਤਾ ਹੀ ਨਹੀਂ ਸੀ ਹੁੰਦਾ ਉਹਨਾਂ ਦਿਨਾਂ 'ਚ ਉਦਾਸੀ ਕੀ ਹੁੰਦੀ ਆ। ਹੁਣ ਤਾਂ ਲੋਕ ਉਦਾਸ ਰਹਿੰਦੇ ਆ, ਉਹਦੇ ਨਾਲ ਟੈਨਸ਼ਨ ਹੁੰਦੀ ਆ, ਫਿਰ ਡਿਪਰੈਸ਼ਨ ਹੋ ਜਾਂਦਾ, ਡਿਪਰੈਸ਼ਨ ਤੋਂ ਹੋਰ ਬਿਮਾਰੀ ਵੱਧ ਜਾਂਦੀ ਆ, ਉਹਦੇ ਨਾਲ ਹੋਰ ਵਾਧਾ ਹੁੰਦਾ ਹੋ ਜਾਂਦਾ। ਉਹ ਇੱਕ ਬਿਮਾਰੀ ਤੋਂ ਕਿੰਨੀਆਂ ਬਿਮਾਰੀਆਂ ਲੱਗ ਜਾਂਦੀਆਂ ਆ, ਅਤੇ ਉਹ ਜਿਹੜੀਆਂ ਬਿਮਾਰੀਆਂ ਵੱਧਦੀਆਂ ਜਾਂਦੀਆਂ ਆ, ਅਤੇ ਉਹਦੇ ਨਾਲ ਫਿਰ ਬੰਦਾ ਰਹਿੰਦਾ ਰਹਿ ਜਾਂਦਾ ਆ। ਅਤੇ ਮੈਂ ਇਹ ਕਹਿੰਦੀ ਹੁੰਦੀ ਆ ਵੀ ਜਿਹੜੀ ਟੈਨਸ਼ਨ ਆ ਉਹ ਤੁਸੀਂ ਥੋੜ੍ਹੀ ਜਿਹੀ ਇੱਕ ਦੂਸਰੇ ਨਾਲ ਗੱਲਬਾਤ ਕਰਕੇ ਥੋੜ੍ਹੀ ਘੱਟ ਕਰ ਸਕਦੇ ਆ। ਤੁਸੀਂ ਦੋਸਤ ਕੋਈ ਇੱਦਾਂ ਦਾ ਬਣਾਵੋ ਜਿਹੜਾ ਤੁਹਾਡਾ ਦੁੱਖ ਸੁੱਖ ਦਾ ਸਾਂਝੀ ਹੋਵੇ। ਇੱਦਾਂ ਦਾ ਨਹੀਂ ਹੋਣਾ ਚਾਹੀਦਾ ਇੱਧਰ ਗੱਲ ਕਰਕੇ ਉੱਧਰ ਕਰੀ ਜਾਵੇ। ਉੱਦਾਂ ਦਾ ਬਣਾਵੋ ਜਿਹੜਾ ਵਧੀਆ ਹੋਵੇ, ਜਿਹੜਾ ਤੁਹਾਡੇ ਨਾਲ ਗੱਲ ਸ਼ੇਅਰ ਕਰੇ।
ਹਰ ਇੱਕ ਨਾਲ ਤੁਸੀਂ ਵੀ ਉਹਦੇ ਨਾਲ ਗੱਲਬਾਤ ਕਰੋ ਤਾਂ ਉਹ ਵੀ ਤੁਹਾਡੇ ਨਾਲ ਕਰੇ। ਇੱਦਾਂ ਦਾ ਦੋਸਤ ਹੋਣਾ ਚਾਹੀਦਾ ਆ। ਅਤੇ ਬਾਕੀ ਜਿਹੜੀਆਂ ਕਈ ਗੱਲਾਂ ਹੁੰਦੀਆਂ ਤੁਸੀਂ ਅੰਦਰੋਂ ਅੰਦਰ ਹੀ ਘੁੱਟਦੇ ਰਹਿੰਦੇ ਆ, ਅੰਦਰੋਂ ਅੰਦਰ ਹੀ ਤੁਸੀਂ ਸੋਚਦੇ ਰਹਿੰਦੇ ਆ ਵੀ ਬਾਹਰ ਨਹੀਂ ਨਿਕਲਣਾ, ਜਾਂ ਤੁਸੀਂ ਅੰਦਰ ਹੀ ਰਹਿਣਾ ਆ, ਜਾਂ ਕਿਤੇ ਜਾਣਾ ਆਉਣਾ ਨਹੀਂ ਹੈਗਾ। ਕਿਉਂਕਿ ਉਹ ਜਿਹੜੀ ਟੈਨਸ਼ਨ ਹੁੰਦੀ ਆ ਉਹ ਤੁਹਾਨੂੰ ਕੁਛ ਕਰ ਨਹੀਂ ਦਿੰਦੀ, ਉੱਧਰ ਹੋਣ ਨਹੀਂ ਦਿੰਦੀ ਹੈਗੀ। ਅਤੇ ਇਹ ਨਹੀਂ ਪਤਾ ਵੀ ਉਹ ਕਾਹਤੇ ਇੱਦਾਂ ਹੁੰਦੀ ਆ। ਅਤੇ ਉਹਦੇ ਨਾਲ ਤੁਸੀਂ ਇੱਕ ਦੂਸਰੇ ਨੂੰ ਜਿਹੜਾ ਕਿਸੇ ਨੂੰ ਮਿਲਦੇ ਆ, ਟੈਲੀਫੋਨ ਕਰਦੇ ਆ, ਅਤੇ ਤੁਸੀਂ ਕਿਤੇ ਜਾਂਦੇ ਆਉਂਦੇ ਆ ਤਾਂ ਕੁਛ ਥੋੜ੍ਹਾ ਜਿਹਾ ਤਾਂ ਬੰਦੇ ਨੂੰ ਹੋ ਹੀ ਜਾਂਦਾ, ਚੱਲ ਮੇਰੀ ਉਹਦੇ ਨਾਲ ਗੱਲਬਾਤ ਹੋ ਗਈ ਆ, ਮੇਰੀ ਟੈਨਸ਼ਨ ਥੋੜ੍ਹੀ ਘੱਟ ਗਈ ਹੈ। ਪਰ ਇਹ ਕਈ ਵਾਰੀ ਇੱਦਾਂ ਦੀਆਂ ਹੁੰਦੀਆਂ ਗੱਲਾਂ ਬਾਤਾਂ, ਕਈ ਵਾਰੀ ਟੈਨਸ਼ਨ ਵੱਧਦੀ ਜਾਂਦੀ ਹੈ, ਘੱਟਦੀ ਤਾਂ ਨਹੀਂ ਹੈਗੀ। ਇਹ ਜਿਹੜੀ ਬਿਮਾਰੀ ਬੜੀ ਭੈੜੀ ਹੁੰਦੀ ਆ, ਅਤੇ ਇਹ ਕੋਈ ਹੁੰਦਾ ਆ ਜਿਹੜਾ ਇਹ ਟੈਨਸ਼ਨ 'ਚੋਂ ਨਿਕਲ ਕੇ ਦੂਸਰੇ ਨੂੰ ਹੌਸਲਾ ਦਿੰਦਾ ਆ, ਦੂਸਰੇ ਨੂੰ ਉਹ ਕਹਿੰਦਾ ਵੀ ਨਹੀਂ ਇਹ ਇੱਦਾਂ ਨਹੀਂ ਠੀਕ, ਇੱਦਾਂ ਠੀਕ ਆ, ਤੂੰ ਆਹ ਸੋਚ ਰੱਖ, ਚੰਗਾ ਸੋਚ ਤਾਂ ਚੰਗੀ ਗੱਲਬਾਤ ਹੋਊਗੀ। ਤਾਂ ਸੋਚ ਵੀ ਚੰਗੀ ਰੱਖਣੀ ਚਾਹੀਦੀ ਆ। ਪਰ ਮੈਂ ਦੇਖਿਆ ਕੋਈ ਲੋਕ ਸੋਚ ਆਪਣੀ ਜਿਹੜੀ ਆ ਉਹ ਕਈ ਬਹੁਤ ਚੰਗੀ ਸੋਚ ਰੱਖਦੇ ਆ, ਕਈ ਇੱਦਾਂ ਦੀਆਂ ਗੱਲਾਂ ਕਰਦੇ ਆ ਵੀ ਜਿੱਦਾਂ ਤੁਹਾਡਾ ਮਨ ਕਹਿੰਦਾ ਇਹਨਾਂ ਦੀਆਂ ਗੱਲਾਂ ਸੁਣੀ ਜਾਵੋ। ਸੋਚ ਕਈ ਬਹੁਤ ਵਧੀਆ ਰੱਖਦੇ ਆ, ਕਈਆਂ ਦੀ ਸੋਚ ਨਹੀਂ ਇੰਨੀ ਵਧੀਆ ਹੁੰਦੀ। ਉਹ ਆਪਣੇ ਤੇ ਹੋਊਗਾ, ਉਹਨਾਂ ਦਾ ਕੋਈ ਆਪਣਾ ਹਿਸਾਬ ਕਿਤਾਬ, ਉਹ ਉਸੇ 'ਤੇ ਚੱਲਦੇ ਆ, ਉਹਨਾਂ ਦੀ ਆਪਣੀ ਹੋ ਜਾਂਦੀ ਹੈ ਗੱਲਬਾਤ। ਚਲੋ ਆਪਾਂ ਹੁਣ ਇਹ ਕਹਿ ਸਕਦੇ ਹਾਂ, ਜਿੱਦਾਂ ਕਹਿੰਦੇ ਆ ਵੀ ਜੇ ਸਿਮਰਨ ਕਰਨ ਲੱਗਿਆਂ ਭੈੜੇ ਖਿਆਲ ਆਉਣ ਤਾਂ ਘਬਰਾਉਣਾ ਨਹੀਂ, ਸਮਝ ਲੈਣਾ ਕਿ ਮੈਲ ਜਾ ਰਹੀ ਆ। ਜੇ ਤੁਸੀਂ ਪਾਠ ਪੂਜਾ ਕਰਦੇ ਆ, ਇਹ ਕਈ ਵਾਰੀ ਗੱਲਾਂ ਹੁੰਦੀਆਂ ਆ, ਜੋ ਤੁਸੀਂ ਪਾਠ ਕਰਦੇ ਆ, ਪੂਜਾ ਕਰਦੇ ਆ, ਕਰਦੇ ਤੁਸੀਂ ਪਾਠ ਹੁੰਦੇ ਆ ਤਾਂ ਖਿਆਲ ਤੁਹਾਡਾ ਹੋਰ ਪਾਸੇ ਜਾਂਦਾ ਆ, ਹੋ ਜਾਂਦਾ ਇੱਦਾਂ। ਕਿਉਂਕਿ ਬੈਠੇ ਤਾਂ ਤੁਸੀਂ ਪਾਠ 'ਤੇ ਆ, ਪਰ ਧਿਆਨ ਸਾਡਾ ਹੋਰ ਪਾਸੇ ਚੱਲ ਜਾਂਦਾ, ਇਨਸਾਨ ਇਹ ਹੋ ਜਾਂਦਾ ਆ। ਅਤੇ ਇਹ ਕਹਿੰਦੇ ਆ ਵੀ ਜੋ ਤੁਸੀਂ ਪਾਠ ਪੂਜਾ ਕਰਦੇ, ਸਿਮਰਨ ਕਰਨ ਲੱਗਦੇ ਆ ਅਤੇ ਭੈੜੇ ਖਿਆਲ ਆਉਂਦੇ ਆ ਤਾਂ ਘਬਰਾਉਣਾ ਨਹੀਂ ਚਾਹੀਦਾ। ਸਮਝ ਲੈਣਾ ਕਿ ਤੁਹਾਡੀ ਜਿਹੜੀ ਮੈਲ ਆ ਉਹ ਜਾ ਰਹੀ ਆ। ਜਿਹੜੀ ਤੁਹਾਡੇ ਅੰਦਰ ਮੈਲ ਆ ਨਾ, ਉਹ ਤਾਂ ਹੌਲੀ ਹੌਲੀ ਜਾਂਦੀ ਜਾਊਗੀ। ਕੋਈ ਇੱਦਾਂ ਦੀ ਸੋਚ ਨਹੀਂ ਰੱਖਣੀ ਹੈਗੀ ਵੀ ਤੁਹਾਡੇ ਜਿਹੜੇ ਖਿਆਲ ਆ ਵੀ ਉਹ ਭੈੜੇ ਆ ਜਾਂ ਕਿੱਦਾਂ ਆ, ਪਰ ਹੋ ਜਾਂਦੀ ਇੱਦਾਂ ਭੈੜੇ, ਤੁਹਾਡੇ ਹੋਰ ਪਾਸੇ ਖਿਆਲ ਜਾਣ ਲੱਗ ਪੈਂਦੇ ਆ। ਅਤੇ ਉਹ ਫਿਰ ਗੱਲਬਾਤ ਜਿਹੜੀ ਤੁਸੀਂ ਪਾਠ ਪੂਜਾ ਕਰਦੇ ਹੁੰਦੇ ਆ, ਵਿਘਨ ਤਾਂ ਪੈਂਦਾ ਵਿੱਚ ਉੱਦਾਂ। ਅਤੇ ਉਹ ਫਿਰ ਕਹਿੰਦੇ ਵੀ ਮੈਲ ਜਿਹੜੀ ਉਹ ਤੁਹਾਡੀ ਧੋ ਹੁੰਦੀ ਆ, ਅਤੇ ਤੁਸੀਂ ਜਿਹੜਾ ਕੰਮ ਕਰਦੇ ਆ ਉਹ ਕੰਮ ਕਰਨ ਲੱਗੇ ਰਹੋ। ਜਿੱਦਾਂ ਕਈ ਗੱਲਾਂ ਵਿੱਚ ਆ ਜਾਂਦੀਆਂ ਆ, ਅਤੇ ਖਿਆਲ ਜਿਹੜੇ ਬੰਦੇ ਦੇ ਇੱਦਾਂ ਹੋ ਜਾਂਦੇ ਆ। ਕਹਿੰਦੇ ਬਰਤਨ ਨੂੰ ਬਾਹਰੋਂ ਘੱਟ ਅਤੇ ਅੰਦਰੋਂ ਜ਼ਿਆਦਾ ਧੋਣਾ ਪੈਂਦਾ ਆ। ਬਰਤਨ ਨੂੰ ਬਾਹਰੋਂ ਘੱਟ ਅਤੇ ਅੰਦਰੋਂ ਜ਼ਿਆਦਾ ਧੋਣਾ ਪੈਂਦਾ ਆ। ਬਸ ਇਹੀ ਜ਼ਿੰਦਗੀ ਦਾ ਸੱਚ ਆ। ਜ਼ਿੰਦਗੀ ਦਾ ਸੱਚ ਵੀ ਇਹੀ ਆ। ਅਸੀਂ ਅੰਦਰੋਂ ਜਿਹੜੇ ਆ ਨਾ, ਅੰਦਰੋਂ ਅਸੀਂ ਆਪਣੇ ਉੱਦਾਂ ਦੇ ਹੀ ਆ, ਬਾਹਰੋਂ ਅਸੀਂ ਕੁਛ ਹੋ ਰਹੇ ਹਾਂ। ਬਾਹਰੋਂ ਅਸੀਂ ਜਿਹੜਾ ਅੰਦਰ ਆ ਨਾ, ਅੰਦਰ ਅਸੀਂ ਆਪਣੀ ਕਈ ਗੱਲਾਂ ਰੱਖਦੇ ਹਾਂ ਉੱਦਾਂ ਦੀਆਂ, ਪਰ ਜੇ ਅੰਦਰੋਂ ਅਸੀਂ ਆਪਣੀ ਸਾਫ਼ ਰੱਖੀਏ ਤਾਂ ਫਿਰ ਸਾਨੂੰ ਲੋੜ ਹੀ ਨਹੀਂ ਇੱਦਾਂ ਦਾ ਕੋਈ ਸੋਚਣ ਦੀ। ਅੰਦਰ ਸਾਡੇ ਉਹ ਗੱਲਾਂ ਨਹੀਂ ਹੁੰਦੀਆਂ, ਅੰਦਰ ਸਾਡੇ ਉਹ ਸੱਚਾਈ ਨਹੀਂ ਹੁੰਦੀ ਹੈਗੀ, ਅੰਦਰ ਸਾਡੇ ਹੋਰ ਕੁਝ ਚੱਲਦਾ ਆ। ਤਾਂ ਬਾਹਰੋਂ ਅਸੀਂ ਬੜੇ ਸੋਹਣਾ ਅਸੀਂ ਲੱਗਦੇ ਹਾਂ, ਚੰਗੇ ਲੱਗਦੇ ਹਾਂ, ਵਧੀਆ ਅਸੀਂ ਬਣ ਠਣ ਜੋ ਵੀ ਕਰਦੇ ਹਾਂ ਅਤੇ ਵਧੀਆ ਲੱਗਦੇ ਹਾਂ। ਅਤੇ ਹੋ ਸਕਦਾ ਆ ਅਤੇ ਕਈ ਵਾਰੀ ਕਈ ਲੋਕ ਸੋਚ ਇੱਦਾਂ ਨਹੀਂ ਹੁੰਦੀ, ਬਾਹਰੋਂ ਜੋ ਮਰਜ਼ੀ, ਅੰਦਰ ਕਿਹੜਾ ਕੋਈ ਝਾਕਦਾ ਆ, ਅੰਦਰ ਕਿਹੜਾ ਪਤਾ ਆ, ਹੈ ਨਾ। ਅਤੇ ਪਰ ਅੰਦਰੋਂ ਵੀ ਤੁਸੀਂ ਉੱਦਾਂ ਦੇ ਬਣੋ, ਬਾਹਰੋਂ ਜਿੱਦਾਂ ਦੇ ਤੁਸੀਂ ਬਣ ਕੇ ਰਹਿੰਦੇ ਆ। ਅਤੇ
नहीं दुखी किसे नूं देख सकदे, इदां दे ख्यालाती हाँ, मिठियां गल्लां विच तां आ जांदे, की करिए कमले जज्बाती हाँ। कई बारी इंसान मिठियां गल्लां विच आ जांदा आ, की करे असी जज्बाती हो जाते हैं। जदों असी जज्बाती हो जाते हैं तो सानू वधिया मिठियां गल्लां भी सोहणियां लगदियां हैं। सानू नहीं पता लगता भी असी एक सच्चाई कित्थे हैगी कित्थे नहीं। जज्बाती तां हो जाते हैं क्योंकि असी दुखी हुंदे आ, वो सानू गल्लां वो सोहणियां लगदियां आ। ते किसी दियां गल्लां जिद्दां मिठियां च नहीं आउणा चाहीदा। जे मिठियां हाँ ठीक है, जे सही लगदा तां ठीक है कर लो तुसीं, पर कई बारी मिठियां गल्लां च असीं इदां फस जांदे आ, बाद विच असीं नुकसान भी पहुंचदा कई गल्लां दा, इदां भी हो जांदी हैगी आ। ते कई गल्लां बातां इदां दियां हो जांदियां आ। ते जिद्दां कहंदे बाहरों असीं तां सुन सरां दिसदी, पर अंदरों चलदा घोल कोई, मेरे उत्ते मेरियां साइयां बूंद नाम दी डोल कोई। मेरे उत्ते मेरियां साइयां बूंद नाम दी डोल कोई। वो कहंदे भी बाहरों तू किदां दा लगदा आ ते अंदर तेरे कोई ना कोई घोल चलदा आ, तेरे अंदर गल्लां बातां चलदियां आ। कहंदा भी मेरियां साइयां मेरे उत्ते बूंद नाम दी डोल कोई। मेरे उत्ते कहंदा नू बूंद जिहड़ी नाम दी डोल दे, इदां दा मैनू कोई अमृत दे दे तां जिहदे नाल मैं तर जावां, मेरा कुछ बन जावे, मैं कुछ कर सकां। हाँ जी हाँ जी, थोड़ा जिहा साडे टैक्नीकल प्रॉब्लम हो गई सी टैलीफोनां दी, तां तुसीं हुण मोबाइल दा नंबर स्क्रीन ते आ रिहा, तुसीं उहदे ते कर सकदे आ। असीं सॉरी आ इस गल्लों, सानूं पता नहीं थोड़ी जी गड़बड़ हो ही जांदी, कई वारी मशीनरी आ। ते मोबाइल नंबर मैं पंजाबी च दस दिंदी आ तुहानूं, 077 65 98 ते 76 35 आ। 077 65 98 76 35। ਇਹ ਨੰਬਰ ਤੇ ਤੁਸੀਂ ਕਰ ਸਕਦੇ ਆ ਟੈਲੀਫੋਨ, ਤੇ ਤੁਸੀਂ ਮੋਬਾਈਲ ਤੇ ਕਰ ਸਕਦੇ ਆ। ਥੋੜੀ ਜਿਹੀ ਪ੍ਰੋਬਲਮ ਆ ਗਈ ਸੀਗੀ ਕਿ ਇਸ ਕਰਕੇ ਵੀ ਮੈਂ ਵੀ ਕਿਹਾ ਪਤਾ ਨਹੀਂ ਕਿ ਕੋਈ ਗੱਲ ਹੈਗੀ, ਮਸ਼ੀਨਰੀ ਆ, ਮਸ਼ੀਨਰੀ ਖਰਾਬ ਹੋ ਜਾਂਦੀ ਆ। ਤੇ ਹੁਣ ਤੁਸੀਂ ਟੈਲੀਫੋਨ ਕਰ ਸਕਦੇ ਆ, ਟਾਈਮ ਤਾਂ ਥੋੜਾ ਹੀ ਰਹਿੰਦਾ, ਚਲੋ ਕੋਈ ਗੱਲ ਨਹੀਂ। ਤੇ ਅਸੀਂ ਗੱਲਾਂ ਬਾਤਾਂ ਜਿਹੜੀਆਂ ਸੀਗੀਆਂ ਸਾਡੀਆਂ ਚੱਲਦੀਆਂ ਸੀਗੀਆਂ, ਕਈ ਵਾਰੀ ਇੱਦਾਂ ਹੋ ਜਾਂਦੀ ਆ ਤੇ ਨਹੀਂ ਪਤਾ ਲੱਗਦਾ ਹੈਗਾ। ਤੇ ਜਿੱਦਾਂ ਮੈਂ ਗੱਲ ਕਰਦੀ ਸੀਗੀ, ਜੇ ਕਹਿੰਦੇ ਸੀਗੇ ਬਾਹਰੋਂ ਤਾਂ ਅਸੀਂ ਸੁਨਮ ਸਰਾਂ ਦਿਸਦੀ ਅੰਦਰ ਦਿਸਦੀ, ਪਰ ਅੰਦਰ ਚੱਲਦਾ ਘੋਲ ਕੋਈ, ਮੇਰੇ ਉੱਤੇ ਮੇਰਿਆ ਸਾਈਆਂ ਬੂੰਦ ਨਾਮ ਦੀ ਡੋਲ ਕੋਈ। ਦੇਖੋ ਜੀ ਬੂੰਦ ਜਿਹੜੀ ਨਾਮ ਦੀ ਆ, ਉਹ ਤਾਂ ਦੇਖੋ ਉਹ ਤਾਂ ਅੰਮ੍ਰਿਤ ਹੁੰਦਾ ਆ ਜਿਹੜਾ ਤੁਹਾਨੂੰ ਉਹਦਾ ਮਿਲਦਾ ਆ ਆਪਣੇ ਗੁਰੂਆਂ ਕੋਲੋਂ। ਉਹ ਅੰਮ੍ਰਿਤ ਦੇ ਵਿੱਚ ਇੰਨੀ ਪਾਵਰ ਹੁੰਦੀ ਆ ਤੇ ਤੁਸੀਂ ਉਹਦੇ ਤੇ ਚੱਲ ਸਕਦੇ ਆ, ਉਹ ਕਰ ਸਕਦੇ ਆ। ਤੇ ਉਹ ਅੰਮ੍ਰਿਤ ਵਿੱਚ ਤੁਸੀਂ ਸਾਰਾ ਕੁਛ ਦੇਖੋ ਗੁਰਬਾਣੀ ਵੱਲ ਜੋੜਦੇ ਆ, ਅਸੀਂ ਗੁਰੂਆਂ ਵੱਲ ਜੁੜਦੇ ਆ ਤੇ ਜੋੜਨਾ ਵੀ ਚਾਹੀਦਾ ਆ। ਜੇ ਅਸੀਂ ਉੱਧਰ ਜੁੜ ਕੇ ਅਸੀਂ ਕਈ ਕੁਛ ਪਾਉਂਦੇ ਆ, ਸਾਨੂੰ ਬਹੁਤ ਕੁਛ ਮਿਲਦਾ ਉਹਨਾਂ ਤੋਂ, ਉਹਨਾਂ ਦਾ ਦਿੱਤਾ ਆ। ਅੱਜ ਅਸੀਂ ਜੋ ਹੈਗੇ ਆ, ਅਸੀਂ ਉਹਨਾਂ ਕਰਕੇ ਹੀ ਹੈਗੇ ਆ। ਤੇ ਜਿੱਦਾਂ ਕਿਤੇ ਦਿੱਤੀ ਝੁੱਗੀ ਕੱਖਾਂ ਦੀ, ਕਿਤੇ ਦਿੱਤੀ ਝੁੱਗੀ ਕੱਖਾਂ ਦੀ, ਕਿਤੇ ਕੋਠੀ ਦਿੱਤੀ ਲੱਖਾਂ ਦੀ, ਕਿਤੇ ਢੇਰ ਲੱਗੇ ਨੇ ਰਜਕਾਂ ਦੇ, ਕਈ ਭੁੱਖੇ ਮਾਰਨ ਵਿਚਾਰੇ ਨੇ। ਹਾਂ ਮੌਲਾ ਤੇਰੇ ਰੰਗ ਨਿਆਰੇ ਨੇ। ਤੁਸੀਂ WhatsApp 'ਤੇ ਨੰਬਰ ਸਕਰੀਨ 'ਤੇ ਨੰਬਰ ਆ ਰਿਹਾ, ਤੁਸੀਂ WhatsApp 'ਤੇ ਕਾਲ ਕਰ ਸਕਦੇ ਆ। ਤੇ ਇਹ ਜ਼ਰੂਰੀ ਹੈ, ਤੁਸੀਂ WhatsApp 'ਤੇ ਕਾਲ ਫ੍ਰੀ ਆ, ਕੋਈ ਗੱਲ ਨਹੀਂ, ਤੁਸੀਂ ਕਰ ਸਕਦੇ ਆ, ਐਨੀ ਟਾਈਮ ਕਰ ਸਕਦੇ ਆ। ਤੇ ਸਕਰੀਨ 'ਤੇ ਨੰਬਰ ਆ ਰਿਹਾ, ਤੁਸੀਂ ਕਾਲ ਉਹਦੇ ਉੱਤੇ ਕਰ ਸਕਦੇ ਆ। ਤੇ ਜਿੱਦਾਂ ਮੈਂ ਕਹਿੰਦੀ ਸੀ ਵੀ ਕਈਆਂ ਕੋ ਹੁਣ ਦੇਖੋ ਜੀ ਲੱਖਾਂ ਦੀਆਂ ਕੋਠੀਆਂ ਆ, ਕੋਈ ਪਤਾ ਨਹੀਂ ਲੱਗਦਾ ਹੈਗਾ, ਕਈਆਂ ਕੋ ਵਿਚਾਰੀ ਝੁੱਗੀ ਆ ਕੱਖਾਂ ਦੀ। ਤੇ ਉਹ ਕਹਿੰਦਾ ਵੀ ਕਿਤੇ ਭੁੱਖੇ ਮਰਨ ਵਿਚਾਰੇ ਨੇ ਤੇ ਮੌਲਾ ਤੇਰੇ ਰੰਗ ਨਿਆਰੇ ਨੇ। ਵਾਕਿਆ ਹੀ ਉਹਦੇ ਰੰਗ ਨਿਆਰੇ ਆ, ਕੁਛ ਨਹੀਂ ਪਤਾ ਹੈਗਾ। ਕਈ ਵਿਚਾਰੇ ਭੁੱਖੇ ਮਰਦੇ ਆ, ਤੇ ਕਈਆਂ ਦੀ ਉਹ ਰਿਜ਼ਕ ਜਿਹੜਾ ਆ ਇੰਨਾ ਉੱਥੇ ਸਾਡੇ ਮੁਲਕਾਂ ਦੇ ਵਿੱਚ ਆ, ਉਹ ਬਾਹਰ ਕਣਕ ਜਿਹੜੀ ਹੁੰਦੀ ਬਾਹਰ ਰੱਖ ਦਿੰਦੇ ਆ, ਉਹ ਖਰਾਬ ਹੁੰਦੀ ਰਹਿੰਦੀ ਆ।
ਉਹ ਖਰਾਬ ਹੋ ਕੇ ਉਹਨੂੰ ਉੱਲੀ ਲੱਗ ਜਾਂਦੀ ਹੈ। ਉਹ ਨਾ ਕਿਸੇ ਪਸ਼ੂ ਕੋਈ ਖਾਂਦਾ ਤੇ ਨਾ ਉਹਨੂੰ ਵਿਚਾਰੇ ਇਨਸਾਨਾਂ ਦੇ ਖਾਣ ਜੋਗੀ ਰਹਿੰਦੀ ਆ। ਤੇ ਇਹਦੇ ਨਾਲ ਜੇ ਪਹਿਲਾਂ ਹੀ ਇੰਨਾ ਰਿਜ਼ਕ ਹੁੰਦੇ ਵੀ ਜੇ ਕੋਈ ਲੋਕ ਭੁੱਖੇ ਮਰਨ ਤੇ ਉਹ ਕੀ ਫਾਇਦਾ? ਕੋਈ ਫਾਇਦਾ ਤਾਂ ਨਾ ਹੋਇਆ। ਤੁਸੀਂ WhatsApp 'ਤੇ ਕੋਲ ਆਉਂਦਾ ਨੰਬਰ ਆਉਂਦਾ ਆ, ਤੁਸੀਂ ਸਕਰੀਨ 'ਤੇ ਉਹ ਤੁਸੀਂ WhatsApp 'ਤੇ ਕਰ ਸਕਦੇ ਆ। ਅਤੇ ਅਸੀਂ ਤੁਹਾਡੇ ਕੋਲ ਦੀ ਉਡੀਕ ਕਰਦੇ ਹਾਂ। ਥੋੜ੍ਹੀ ਜਿਹੀ ਪ੍ਰੋਬਲਮ ਹੋ ਗਈ ਸੀਗੀ, ਇਸ ਕਰਕੇ ਅਸੀਂ ਮਾफ़ੀ ਵੀ ਮੰਗਦੇ ਹਾਂ। ਅਤੇ ਹੋ ਜਾਂਦੀ ਕਈ ਵਾਰੀ। ਅਤੇ ਜਿੱਦਾਂ ਮੈਂ ਬੀਜ ਬੈਠੀ ਰੀਝਾਂ ਦੀਆਂ ਕਿਆਰੀਆਂ, ਅਤੇ ਤੂੰ ਉਹਦਾ ਮਾਲੀ ਹੋ ਗਿਆ। ਡਾਰ ਬਣ ਗਏ ਨੇ ਉੜ ਗਏ ਅਥਰੂ, ਨੈਣਾ ਦਾ ਖੁੱਡਾ ਖਾਲੀ ਹੋ ਗਿਆ। ਇੱਦਾਂ ਦੇ ਕਈ ਵਾਰੀ ਹਾਲਾਤ ਹੁੰਦੇ ਆ। ਕਈ ਵਾਰੀ ਬੰਦਾ ਕਈ ਅੰਦਰ ਹੀ ਰੋਂਦਾ ਰਹਿੰਦਾ ਆ। ਰੋਂਦਾ ਅੱਖੀਆਂ ਜਿਹੜੀਆਂ ਉਹ ਵੀ ਜਵਾਬ ਦੇ ਦਿੰਦੀਆਂ। ਕੁਛ ਨਹੀਂ ਪਤਾ ਲੱਗਦਾ ਬੰਦੇ ਨੂੰ, ਇਨਸਾਨ ਨੂੰ, ਵੀ ਕਿੱਧਰ ਹੈਗੀ ਕੀ ਗੱਲ ਹੈਗੀ ਆ। ਅਤੇ ਇਕੱਲਾ ਬੈਠਾ ਇਨਸਾਨ ਕਈ ਕੁਝ ਸੋਚਦਾ ਆ। ਅਤੇ ਕਈ ਗੱਲਾਂ ਇੱਦਾਂ ਹੁੰਦੀਆਂ ਆ, ਪਰ ਇਨਸਾਨ ਆ ਲੋਕ ਵੀ, ਬੰਦਾ ਗਲਤੀਆਂ ਵੀ ਹੁੰਦੀਆਂ ਆ। ਕਈ ਕੁਛ ਗਲਤ ਵੀ ਹੋ ਜਾਂਦੀਆਂ ਗੱਲਾਂ, ਉਹਦੇ ਨੂੰ ਸੁਧਾਰ ਵੀ ਕਰਨਾ ਚਾਹੀਦਾ ਆ। ਕਈ ਦੇਖੋ, ਜਿੱਦਾਂ ਮੈਂ ਕਹਾਣੀ ਦੇ ਵਿੱਚ ਸੁਣਾਇਆ ਸੀ, ਡਿਪਰੈਸ਼ਨ ਦੀ ਗੱਲ ਮੈਂ ਕੀਤੀ ਸੀਗੀ। ਡਿਪਰੈਸ਼ਨ ਜਿਹੜਾ ਆ ਉਹ ਬਹੁਤ ਲੋਕਾਂ ਨੂੰ, ਇੱਥੇ ਵੀ ਬਹੁਤ ਹੈਗਾ ਆ, ਇੰਡੀਆ ਵਿੱਚ ਵੀ ਬਹੁਤ ਆ। ਟੈਨਸ਼ਨਾਂ 'ਚ ਲੋਕ ਬਹੁਤ ਆ, ਕਈ ਖੁਦਕੁਸ਼ੀਆਂ ਕਰ ਲੈਂਦੇ ਆ। ਪਰ ਇਹਦਾ ਇਹ ਹੱਲ ਨਹੀਂ ਹੈਗਾ, ਇਹ ਕੋਈ ਮਸਲਾ ਨਹੀਂ ਕੋਈ। ਇੱਦਾਂ ਕਈ ਹੁੰਦੇ ਆ ਗੱਲਾਂ ਬਾਤਾਂ, ਉਹਦੇ ਨਾਲ ਤੁਸੀਂ ਮੈਂ ਕਹਿੰਦੀ ਹੁੰਦੀ ਉਹ ਚੀਜ਼ਾਂ ਦਾ ਸਾਹਮਣਾ ਕਰਨਾ ਚਾਹੀਦਾ ਆ। ਤੁਸੀਂ ਉਹਨਾਂ ਗੱਲਾਂ ਦਾ ਸਾਹਮਣਾ ਕਰੋ। ਜੇ ਤੁਸੀਂ ਸਾਹਮਣਾ ਕਰੋਗੇ ਤਾਂ ਫੇਰ ਠੀਕ ਆ। ਜੇ ਤੁਸੀਂ ਸਾਹਮਣਾ ਕਰੋਗੇ ਫਿਰ ਠੀਕ ਆ। ਉਹਨਾਂ ਗੱਲਾਂ ਦਾ ਤੁਹਾਨੂੰ ਸਾਹਮਣਾ ਕਰਨਾ ਚਾਹੀਦਾ ਆ। ਅਤੇ ਸਕਰੀਨ 'ਤੇ ਨੰਬਰ ਆ ਰਿਹਾ, ਤੁਸੀਂ ਟੈਲੀਫੋਨ ਕਰ ਸਕਦੇ ਆ। ਅਤੇ ਹਾਂਜੀ, ਦੁਨੀਆ ਦੇ ਮੇਲੇ ਵਿੱਚ ਸੱਜਣਾ ਰੰਗ ਬਿਰੰਗੀਆਂ ਹਸਤੀਆਂ ਹੋਣਗੀਆਂ। ਕੁਝ ਤੇਰੇ ਵਾਂਗ ਮਹਿੰਗੀਆਂ ਅਤੇ ਕੁਝ ਮੇਰੇ ਵਾਂਗ ਸਸਤੀਆਂ ਹੋਣਗੀਆਂ। ਦੁਨੀਆ ਦੇ ਮੇਲੇ ਵਿੱਚ ਤੇਰੀਆਂ ਮੇਰੀਆਂ ਹਸਤੀਆਂ ਹੋਣਗੀਆਂ, ਕੁਝ ਮੇਰੇ ਵਾਂਗ ਸਸਤੀਆਂ ਅਤੇ ਤੇਰੇ ਵਾਂਗ ਮਹਿੰਗੀਆਂ ਹੋਣਗੀਆਂ। ਇਹ ਦੁਨੀਆ ਦਾ ਮੇਲਾ ਆ, ਮਹਿੰਗਾ ਸਸਤਾ ਹੁੰਦਾ ਰਹਿੰਦਾ ਆ, ਕੁਛ ਨਹੀਂ ਪਤਾ ਲੱਗਦਾ ਹੈਗਾ। ਅਤੇ ਜਿੱਦਾਂ ਕਈ ਗੱਲਾਂ ਹੁੰਦੀਆਂ ਆ ਇਨਸਾਨ ਦੇ ਵਿੱਚ, ਤਾਂ ਇਹਦੇ ਵਿੱਚ ਦੇਖੋ ਜੀ, ਦੁਨੀਆ ਵਿੱਚ ਆਪਾਂ ਮੇਲਾ ਦੇਖਣ ਆਏ ਹਾਂ। ਮੇਲਾ ਦੇਖ ਕੇ ਆਪਾਂ ਚਲੇ ਜਾਣਾ ਆ। ਇੱਥੇ ਕਿਸੇ ਨੇ ਨਹੀਂ ਬੈਠਾ ਰਹਿਣਾ। ਸਾਰੇ ਜਿਹੜੇ ਆਏ ਆ ਅਤੇ ਉਹਨੇ ਚਲੇ ਜਾਣਾ ਆ। ਅਤੇ ਇੱਥੇ ਇੰਨਾ ਆ ਵੀ ਇੱਕ ਦੂਜੇ ਨਾਲ ਪਿਆਰ ਮੁਹੱਬਤ ਨਾਲ ਕੱਢ ਲਓ। ਪਿਆਰ ਮੁਹੱਬਤ ਨਾਲ ਕੱਢੂਗੇ ਤਾਂ ਤੁਸੀਂ ਚੰਗੇ ਰਹੋਗੇ, ਤਾਂ ਫਿਰ ਵਧੀਆ ਰਹੂਗੀ ਗੱਲਬਾਤ। ਅਤੇ ਸਕਰੀਨ 'ਤੇ ਨੰਬਰ ਆ ਰਿਹਾ, ਤੁਸੀਂ ਟੈਲੀਫੋਨ ਕਰ ਸਕਦੇ ਆ। ਅਤੇ ਹਾਂਜੀ, ਮੇਲਾ ਦੇਖਣ ਆਏ ਆ, ਮੇਲਾ ਦੇਖ ਕੇ ਚੱਲ ਜਾਣਾ ਆ। ਅਸੀਂ ਇੱਥੇ ਕਿਹੜਾ ਬੈਠੇ ਰਹਿਣਾ ਆ, ਕਿਸੇ ਨੇ ਬੈਠੇ ਨਹੀਂ ਰਹਿਣਾ। ਇਹ ਆਈ ਚਲਾਈ ਹੈਗੀ ਦੁਨੀਆ ਦੇ ਵਿੱਚ। ਇੱਕ ਦੂਜੇ ਨੂੰ ਹੌਸਲਾ ਦੇਵੋ। ਹੈਲੋ ਜੀ, ਹੈਲੋ ਜੀ, ਹੈਲੋ ਜੀ, ਹਾਂਜੀ ਹਾਂਜੀ ਕਮਲਾ ਜੀ, ਕਾਂਸ਼ੀ TV 'ਤੇ ਸਵਾਗਤ ਹੈ ਜੀ। ਹਾਂਜੀ, ਜੈ ਗੁਰਦੇਵ ਜੀ, ਤੁਹਾਨੂੰ ਬਹੁਤ ਬਹੁਤ ਆਸ਼ੀ ਜੀ। ਹਾਂਜੀ, ਤਾਂ ਬਹੁਤ ਚਿਰ ਦੀ ਟਰਾਈ ਕਰਦੇ ਪਏ ਆ ਤੇ ਲੱਗਦਾ ਫੋਨ ਖਰਾਬ ਆ, ਲੱਗਦਾ ਨਾ। ਹਾਂ, ਟੈਲੀਫੋਨ ਖਰਾਬ ਹੋ ਗਿਆ ਸੀਗਾ। ਹਾਂਜੀ, ਤੁਹਾਡੇ ਬਹੁਤ ਸੁਣੇ ਆ ਅਸੀਂ, ਜੋ ਵੀ ਤੁਸੀਂ ਗੱਲਾਂ ਬਾਤਾਂ ਕੀਤੀਆਂ ਆ, ਤੇ ਬਹੁਤ ਨਾਈਸ ਲੱਗੀਆਂ। ਮੈਂ ਜਦ ਹੀ ਸੁਣਦੀ ਪਈ ਆ। ਹਾਂਜੀ, ਫੋਨ ਘੁਮਾਈ ਜਾਂਦੀ ਆ। ਮੈਂ ਤਾਂ ਨੰਬਰ 1 ਤੇ ਆ ਵੀ 5 ਤੋਂ ਲੈ ਕੇ ਹੈ ਨਾ। ਕੋਈ ਆਨਸਰ ਨਹੀਂ ਹੋਇਆ। ਹਾਂ, ਨਹੀਂ ਉਹ ਫਿਰ ਥੋੜੀ ਪ੍ਰੋਬਲਮ ਆ ਗਈ ਸੀਗੀ। ਹਾਂਜੀ ਹਾਂਜੀ, ਬਾਕੀ ਇਦਾਂ ਆ ਜੋ ਤੁਸੀਂ ਕਹਿ ਰਹੇ ਆ ਨਾ, ਵੀ ਜਿੱਦਾਂ ਮਤਲਬ ਸਾਨੂੰ ਚੰਗਾ ਸੋਚਣਾ ਚਾਹੀਦਾ ਹੈ ਨਾ। ਹਾਂਜੀ ਹਾਂਜੀ, ਮਾੜਾ ਨਹੀਂ। ਜੋ ਵੀ ਹੈਗਾ ਆ, ਆਪਾਂ ਨੂੰ ਦੁੱਖ ਆਉਂਦਾ ਆ, ਸੁੱਖ ਆਉਂਦਾ ਆ, ਹਾਂਜੀ, ਜੋ ਵੀ ਆਉਂਦਾ ਆ, ਆਪਾਂ ਚੰਗਾ ਸੋਚਾਂਗੇ, ਚੰਗਾ ਹੀ ਹੋਊਗਾ ਗਾਂ, ਹੈ ਨਾ। ਹਾਂਜੀ ਹਾਂਜੀ, ਇੱਥੇ ਮੈਂ ਮਾਝਾ ਬੋਲ ਸਕਦੀ, ਟਾਈਮ ਹੈਗਾ ਤੁਹਾਡੇ ਕੋਲ? ਹਾਂਜੀ ਹੈਗਾ, ਬੋਲ ਲਓ। ਅੱਛਾ ਜੀ, ਮੈਂ ਇੱਕ ਉਹ ਲਿਆਈ ਆ, ਉਹ ਮੈਂ ਬੋਲਦੀ ਆ ਗੀਤ ਸ਼ਬਦ। ਅੱਛਾ, ਹਾਂਜੀ। हाँ गुरु जी मैं क्यों घबराऊं, हाँ बाबा जी मैं क्यों घबराऊं, जब भी कोई दुख आ जावे तुमको
को सन्मुख पाऊं, हाँ गुरु जी मैं क्यों घबराऊं। वक्त बुरा जो आया मुझ पे, सबने मुखड़े मोड़े, सबने मुखड़े मोड़े। मरने की जो बात थे करते, हाथ हाथों से छोड़े, हाथ हाथों से छोड़े। तेरे बिन पर कोई न मेरा, तेरी महिमा गाऊं, हाँ गुरु जी मैं क्यों घबराऊं, हाँ बाबा जी मैं क्यों घबराऊं। हाँ जी आशा जी इन्ना कुछ बोलदी आ ते बाकी लंबा हैगा ਤਾਂ ਫਿਰ ਹੋਰ ਵੀ ਕੋਲਰਾਂ ਨੇ ਵੇਟ ਕਰਦੇ ਹੋਣੇ ਆ। ਹਾਂਜੀ ਥੈਂਕ ਯੂ ਕਮਲਾ ਜੀ। ਹਾਂਜੀ ਜੈ ਗੁਰਦੇਵ ਜੀ, ਧੰਨ ਗੁਰਦੇਵ ਜੀ। ਹਾਂਜੀ ਬਹੁਤ ਸੋਹਣਾ ਜੀ ਸ਼ਬਦ ਇਹ ਕਹਿ ਕੇ ਗਏ ਆ, ਟਾਈਮ ਵੀ ਉਹਨੇ ਦੇ ਹਿਸਾਬ ਨਾਲ ਮੈਂ ਥੋੜਾ ਜਿਹਾ ਕਹਿੰਦੀ ਆ ਕਰਕੇ ਫਿਰ ਹਾਂਜੀ ਥੈਂਕ ਯੂ ਤੁਹਾਡਾ। ਉਹ ਫਿਰ ਜਿੱਦਾਂ ਹੁਣ ਥੋੜਾ ਜਿਹਾ ਮੋਬਾਈਲ ਦਾ ਰੱਖਿਆ ਸੀ। ਹਾਂਜੀ ਹਾਂਜੀ ਓਕੇ ਜੀ ਓਕੇ ਥੈਂਕ ਯੂ ਕਮਲਾ ਜੀ ਤੁਹਾਡਾ। ਹਾਂਜੀ ਤੇ ਥੈਂਕ ਯੂ। ਹਾਂਜੀ ਕਮਲਾ ਜੀ ਸੀਗੇ, ਹਾਂਜੀ ਆਪਣੇ ਸ਼ਬਦ ਸੁਣਾ ਕੇ ਗਏ ਆ। ਤੇ ਦੇਖੋ ਜੀ ਇਹ ਥੋੜੀ ਜਿਹੀ ਪ੍ਰੋਬਲਮ ਆਉਣ ਦੇ ਨਾਲ ਹੋ ਗਈ ਸੀਗੀ, ਕੋਈ ਗੱਲ ਨਹੀਂ ਇੱਦਾਂ ਹੋ ਜਾਂਦੀ ਆ। ਤੇ ਬਾਕੀ ਤੁਸੀਂ ਸਮਝਦਾਰ ਆ, ਤੁਹਾਨੂੰ ਪਤਾ ਸਾਰਾ ਕੁਛ ਵੀ ਗੱਲਾਂ ਬਾਤਾਂ ਇੱਦਾਂ ਹੋ ਜਾਂਦੀਆਂ, ਥੋੜੀ ਜਿਹੀ ਪ੍ਰੋਬਲਮ ਆ ਜਾਂਦੀ ਆ। ਤੇ ਬਾਕੀ ਪ੍ਰੋਗਰਾਮ ਦੇਖੋ ਜੀ ਆਪਾਂ ਜਿਹੜੀ ਗੱਲਬਾਤ ਕਰਦੇ ਆ, ਆਪਾਂ ਇਹ ਕਹਿੰਦੇ ਚੰਗਾ ਸੋਚੋ ਤੇ ਚੰਗਾ ਹੀ ਹੋਵੇਗਾ। ਆਪਾਂ ਚੰਗਾ ਹੀ ਸੋਚਣਾ ਆ, ਆਪਾਂ ਕੋਈ ਇੱਦਾਂ ਦੀ ਗੱਲ ਹੀ ਨਹੀਂ ਸੋਚਣੀ ਹੈਗੀ। ਚੰਗੀ ਸੋਚ ਲੈ ਕੇ ਤੁਰੋਗੇ ਤਾਂ ਤੁਸੀਂ ਬਹੁਤ ਦੂਰ ਤੱਕ, ਬਹੁਤ ਮੰਜ਼ਿਲ ਦੂਰ ਤੱਕ ਜਾਓਗੇ ਤੁਸੀਂ, ਫਿਰ ਤੁਹਾਡੀ ਮੰਜ਼ਿਲ ਵਧੀਆ ਹੋਗੀ। ਹੈਲੋ ਜੀ ਕਾਂਸ਼ੀ ਟੀਵੀ ਤੇ ਸਵਾਗਤ ਹੈ ਜੀ। ਹੈਲੋ ਜੀ ਤੁਹਾਡੀ ਆਵਾਜ਼ ਸਹੀ ਨਹੀਂ ਆਉਂਦੀ ਹੈਗੀ। ਹਾਂਜੀ ਆਵਾਜ਼ ਕੱਟ ਕੇ ਆਉਂਦੀ ਆ। ਹਾਂਜੀ ਥੋੜੇ ਜਿਹੇ ਤੁਸੀਂ ਥੋੜਾ ਜਿਹਾ ਆਪਣੀ ਜਗ੍ਹਾ ਬਦਲ ਕੇ ਦੇਖ ਲਓ। ਥੋੜੀ ਕੱਟ ਕੇ ਆਉਂਦੀ ਹੈ ਇੱਥੋਂ। ਹਾਂਜੀ ਹਾਂਜੀ ਤੁਸੀਂ ਔਨ ਕਰਦਾ ਕਿ ਸ਼ਾਇਦ ਆ ਜਵੇ। ਹੁਣ ਆ ਗਈ ਆ। ਅੱਛਾ ਹੁਣ ਆਈ ਹੈ ਆਵਾਜ਼ ਤੁਹਾਡੀ। ਅੱਛਾ ਜੀ ਹਾਂਜੀ ਮੈਂ ਮਦਨ ਬੇਜ ਬੋਲਦਾ ਜੀ ਲਿਸਟਰ ਤੋਂ। ਹਾਂਜੀ ਮਦਨ ਬੇਜ ਜੀ ਤੁਹਾਡਾ ਸਵਾਗਤ ਹੈ ਜੀ। ਪਿਆਰੀ ਪਿਆਰੀ ਜੈ ਗੁਰਦੇਵ ਜੀ। ਹਾਂਜੀ ਜੈ ਗੁਰਦੇਵ ਜੀ। ਹਾਂਜੀ ਤੁਸੀਂ ਤੋਂ ਪਹਿਲਾਂ ਤਾਂ ਬੰਦ ਰੱਖਿਆ ਤੁਸੀਂ ਕਿੰਨਾ ਚਿਰ? ਅੱਧਾ ਘੰਟਾ। ਉਹ ਖਰਾਬ ਹੋ ਗਿਆ ਸੀਗਾ। ਹਾਂਜੀ ਪਤਾ ਨਹੀਂ ਮੈਂ ਫਿਰ ਹਾਰ ਕੇ ਬੰਦ ਕਰ ਦਿੱਤਾ। ਨਹੀਂ ਥੋੜੀ ਪ੍ਰੋਬਲਮ ਆ ਗਈ ਸੀ ਟੈਲੀਫੋਨ ਦੇ ਵਿੱਚ। ਹਾਂਜੀ ਹਾਂਜੀ ਮੈਂ ਮਦਨ ਬੇਜ ਬੋਲਦਾ ਜੀ ਲਿਸਟਰ ਤੋਂ। ਆਪ ਨੂੰ ਤੇ ਸੁਣਨ ਵਾਲੇ ਦੋਸਤਾਂ ਨੂੰ ਹੈਲੋ ਤੇ ਹਾਏ ਨਮਸਤੇ ਤੇ ਸਤਿ ਸ੍ਰੀ ਅਕਾਲ ਗੁਰਦੇਵ ਕਹਿੰਦਾ। ਹਾਂਜੀ ਤੁਹਾਨੂੰ ਵੀ। ਹਾਂਜੀ ਹਾਂਜੀ ਕਹਿੰਦੇ ਨਾ ਆਇਆ ਜੱਗ ਵਿੱਚ ਬਣ ਕੇ ਪਰੋਣਾ ਜੀ, ਚੰਗੇ ਕੰਮਕਾਰ ਬੰਦਿਆ, ਚੰਗੇ ਕੰਮਕਾਰ ਬੰਦਿਆ। ਸਹੀ ਜੀ। ਹਾਂਜੀ ਆਇਆ ਇੱਥੇ ਆਇਆ ਜੱਗ ਵਿੱਚ ਬਣ ਕੇ ਪਰੋਣਾ, ਤੂੰ ਚੰਗੇ ਕੰਮਕਾਰ ਬੰਦਿਆ। ਬਾਰ ਬਾਰ ਨਾ ਪੈਸੇ ਨੇ ਤੇਰਾ ਹੋਣਾ, ਤੂੰ ਰਾਮ ਨਾਮ ਜਪ ਬੰਦਿਆ। ਬਾਰ ਬਾਰ ਨਾ ਪੈਸੇ ਨੇ ਤੇਰਾ ਹੋਣਾ, ਤੂੰ ਰਾਮ ਨਾਮ ਜਪ ਬੰਦਿਆ। ਬਾਰ ਬਾਰ ਨਾ ਦੁਨੀਆ ਚ ਆਣਾ, ਤੂੰ ਰਾਮ ਨਾਮ ਜਪ ਬੰਦਿਆ। ਆਇਆ ਜੱਗ ਵਿੱਚ ਬਣ ਕੇ ਪਰੋਣਾ, ਤੂੰ ਚੰਗੇ ਕਰ ਬੰਦਿਆ। ਅੰਤ ਖਾਕ ਵਿੱਚ ਹੋਵੇਗਾ ਵਿਛਾਉਣਾ, ਚੰਗੇ ਕੰਮ ਕਰ ਬੰਦਿਆ। ਅੰਤ ਖਾਕ ਵਿੱਚ ਹੋਵੇਗਾ ਵਿਛਾਉਣਾ, ਤੂੰ ਰਾਮ ਨਾਮ ਜਪ ਬੰਦਿਆ। ਆਇਆ ਜੱਗ ਵਿੱਚ ਬਣ ਕੇ ਪਰੋਣਾ, ਤੂੰ ਚੰਗੇ ਕੰਮ ਕਰ ਬੰਦਿਆ ਜੀ। ਹਾਂਜੀ ਬੰਦੇ ਕੰਮੀ ਮੰਦਾ ਹੋਣਾ। ਹਾਂਜੀ ਜੀ ਬੰਦੇ ਕੰਮੀ ਮੰਦਾ ਹੋਣਾ, ਫੜ ਗੁਰਾਂ ਦਾ ਧੰਦਾ ਜੀ। ਥੈਂਕ ਯੂ। ਬੰਦੇ ਕੰਮੀ ਮੰਦਾ ਹੋਣਾ, ਫੜ ਗੁਰਾਂ ਦਾ ਧੰਦਾ। ਰੱਬ ਦੇ ਨਾਂ ਦੀ ਮੌਤ ਹੈ ਚੰਗੀ, ਛੱਡਦੇ ਹਰ ਕੰਮ ਮੰਦਾ। ਰੱਬ ਦੇ ਨਾਂ ਦੀ ਮੌਤ ਹੈ ਚੰਗੀ, ਛੱਡਦੇ ਹਰ ਕੰਮ ਮੰਦਾ। ਲੈ ਕੇ ਉਹਦੇ ਨਾਮ ਦਾ ਚੋਲਾ, ਭਗਤਾ ਬਣ ਗਿਆ ਤੂੰ ਉਹ ਬੰਦਾ। ਕਾਹਨੂੰ ਕੱਢਦਾ ਏ ਨੱਕ ਨਾਲ ਲਕੀਰਾਂ, ਦਿਲ ਦੀ ਲਕੀਰ ਕੱਢਦਾ। ਕਾਹਨੂੰ ਕੱਢਦਾ ਏ ਨੱਕ ਨਾਲ ਲਕੀਰਾਂ, ਦਿਲ ਦੀ। ਬੰਦੇ ਕੰਮੀ ਮੰਦਾ ਹੋਣਾ, ਫੜ ਗੁਰਾਂ ਦਾ ਧੰਦਾ। ਰੱਬ ਦੇ ਨਾਂ ਦੀ ਮੌਤ ਹੈ ਚੰਗੀ, ਛੱਡਦੇ ਹਰ ਕੰਮ ਮੰਦਾ। ਲੈ ਕੇ ਉਹਦੇ ਨਾਮ ਦਾ ਚੋਲਾ ਬਣ ਗਿਆ ਬੰਦਾ। ਕਾਹਨੂੰ
ਨੱਕ ਨਾਲ ਲਕੀਰਾਂ ਦਿਲ ਦੀ ਲਕੀਰ। ਹਾਂ। ਰੱਬ ਦੇ ਦਰ ਨੂੰ ਛੱਡ ਕੇ ਬੰਦਿਆ, ਰੱਬ ਦੇ ਦਰ ਨੂੰ ਛੱਡ ਕੇ ਬੰਦਿਆ, ਦਰ ਦਰ ਦੇ ਧੱਕੇ ਖਾਣੇ ਜੀ। ਰੱਬ ਦੇ ਦਰ ਨੂੰ ਛੱਡ ਕੇ ਬੰਦਿਆ, ਦਰ ਦਰ ਦੇ ਧੱਕੇ ਖਾਣੇ। ਜਿਸਨੇ ਤੈਨੂੰ ਪੈਦਾ ਕੀਤਾ ਉਸਦੀ ਯਾਦ ਨਾ ਆਵੇ। ਹਾਂਜੀ। ਜਿਸਨੇ ਤੈਨੂੰ ਪੈਦਾ ਕੀਤਾ ਉਸਦੀ ਯਾਦ ਨਾ ਆਵੇ ਜੀ। ਮਨ ਦੀ ਬਾਤ ਆ ਗਈ, ਬੜੇ ਗੌਰ ਨਾਲ ਸੁਣ। ਹਰ ਵੇਲੇ ਮਨ ਨਿੰਦਿਆ ਕਰਦਾ, ਕਰਦਾ ਨਹੀਂ ਗੁਣਦਾਨ ਨੂੰ। ਹਰ ਵੇਲੇ ਮਨ ਨਿੰਦਿਆ ਕਰਦਾ, ਕਰਦਾ ਨਹੀਂ ਗੁਣਦਾਨ ਨੂੰ। ਪਾਪੀ ਮਨ ਹੈ ਨਖਰੇ ਕਰਦਾ, ਮੰਨਦਾ ਨਹੀਂ ਭਗਵਾਨ ਨੂੰ। ਮੰਨਦਾ ਨਹੀਂ ਭਗਵਾਨ ਨੂੰ ਜੀ। ਜੀ। ਪਾਪੀ ਮਨ ਹੈ ਨਖਰੇ ਕਰਦਾ, ਜਪਦਾ ਨਹੀਂ ਭਗਵਾਨ ਨੂੰ ਜੀ। ਪਾਪੀ ਮਨ ਹੈ ਨਖਰੇ ਕਰਦਾ, ਭਾਲਦਾ ਐਸ਼ ਆਰਾਮ ਨੂੰ ਜੀ। ਮੈਂ ਆਖਾਂ ਇਸ ਨੂੰ ਮਨ ਨੂੰ, ਮੈਂ ਆਖਾਂ ਇਸ ਨੂੰ ਅੰਮ੍ਰਿਤ ਵੇਲੇ ਨਾਮ ਪ੍ਰਭੂ ਦਾ ਗਾਈਏ। ਮੈਂ ਆਖਾਂ ਇਸ ਨੂੰ ਅੰਮ੍ਰਿਤ ਵੇਲੇ ਨਾਮ ਪ੍ਰਭੂ ਦਾ ਗਾਈਏ। ਮਨ ਆਖੇ ਉਹ ਮਿੱਠੀ ਮਿੱਠੀ ਨੀਂਦਰ ਕਿਉਂ ਗਵਾਈਏ। ਹਾਂਜੀ ਹਾਂਜੀ। ਮੈਂ ਮਨ ਆਖੇ ਉਹ ਮਿੱਠੀ ਮਿੱਠੀ ਨੀਂਦਰ ਕਿਉਂ ਗਵਾਈਏ। ਹਰ ਵੇਲੇ ਮਨ ਨਿੰਦਿਆ ਕਰਦਾ, ਕਰਦਾ ਨਹੀਂ ਗੁਣਦਾਨ ਨੂੰ। ਪਾਪੀ ਮਨ ਹੈ ਨਖਰੇ ਕਰਦਾ, ਮੰਨਦਾ ਨਹੀਂ ਭਗਵਾਨ ਨੂੰ ਜੀ। ਪਾਪੀ ਮਨ ਹੈ ਨਖਰੇ ਕਰਦਾ, ਜਪਦਾ ਨਹੀਂ ਭਗਵਾਨ ਨੂੰ। ਪਾਪੀ ਮਨ ਹੈ ਨਖਰੇ ਕਰਦਾ, ਭਾਲਦਾ ਐਸੇ ਰਾਮ ਨੂੰ। ਜਦੋਂ ਹੋਵੇ ਸਤਸੰਗ ਦਾ ਵੇਲਾ ਜੀ, ਜਦੋਂ ਹੋਵੇ ਸਤਸੰਗ ਦਾ ਵੇਲਾ, ਕਈ ਬਹਾਨੇ ਲਾਵੇ ਮਨ। ਜਦੋਂ ਹੋਵੇ ਉਹ ਸਤਸੰਗ ਦਾ ਵੇਲਾ, ਕਈ ਬਹਾਨੇ ਲਾਵੇ। ਜਿੱਥੇ ਹੋਵੇ ਨਿੰਦਿਆ ਚੁਗਲੀ, ਜਿੱਥੇ ਹੋਵੇ ਨਿੰਦਿਆ ਚੁਗਲੀ, ਦੌੜ ਦੌੜ ਕੇ ਜਾਵੇ ਮਨ। ਜਿੱਥੇ ਹੋਵੇ ਨਿੰਦਿਆ ਚੁਗਲੀ, ਦੌੜ ਦੌੜ ਕੇ ਜਾਵੇ। ਚੰਗੀ ਕਰਨੀ ਕਰ ਲਓ ਬੰਦਿਓ, ਕਰਮ ਕਰੋ ਨਾ ਮਾੜਾ। ਮਦਨ ਜੀ ਥੋੜੀ ਛੋਟ ਕਰ ਲਓ, ਕਰਕੇ ਟਾਈਮ ਥੋੜਾ ਆ। ਬਸ ਲਾਸਟ ਹੈ ਜੀ। ਬੰਦੇ ਕਹਿੰਦਾ ਜਿੱਥੇ, ਚਲੋ ਠੀਕ ਆ, ਹੋਰ ਮੈਂ ਭੁੱਲ ਗਿਆ। ਹਾਂ ਚਲੋ, ਹਾਂ ਥੈਂਕ ਯੂ ਤੁਹਾਡਾ, ਤੁਸੀਂ ਆਏ ਆਪਣੀ ਹਾਂਜੀ ਹਾਂਜੀ। ਕੋਈ ਨਹੀਂ ਹੈ ਨਾ, ਥੈਂਕ ਯੂ। ਕਈ ਵਾਰੀ ਹੋ ਜਾਂਦਾ ਏਦਾਂ ਤੇ ਕੋਈ ਨਹੀਂ, ਮੈਨੂੰ ਮਾਈਂਡ ਥੋੜਾ। ਹਾਂਜੀ ਹਾਂਜੀ ਹਾਂਜੀ। ਟਾਈਮ ਥੋੜਾ ਕਰਕੇ ਹੈ ਨਾ, ਅਸੀਂ ਕਹਿੰਦੇ ਆ, ਉਦਾਂ ਤਾਂ ਕੋਈ ਗੱਲ ਨਹੀਂ। ਤੇ ਥੈਂਕ ਯੂ ਤੁਹਾਡਾ। ਹਾਂਜੀ ਓਕੇ, ਥੈਂਕ ਯੂ। ਹੈ ਜੈ ਗੁਰਦੇਵ ਤੁਹਾਨੂੰ, ਧੰਨ ਗੁਰਦੇਵ। ਬਾਕੀ ਹਾਂਜੀ। ਤੇ ਦੇਖੋ ਜੀ, ਬਾਕੀ ਗੱਲਾਂ ਬਾਤਾਂ ਇੱਦਾਂ ਹੈਗੀਆਂ ਆ। ਦੇਖੋ ਜੀ, ਇਹ ਮੈਂ ਡਿਪਰੈਸ਼ਨ ਤੋਂ ਗੱਲ ਕੀਤੀ ਸੀਗੀ। ਡਿਪਰੈਸ਼ਨ ਦੀ ਗੱਲ ਇੱਦਾਂ ਆ। ਦੇਖੋ ਕਈ ਗੱਲਾਂ ਹੋ ਜਾਂਦੀਆਂ ਇੱਦਾਂ। ਤੇ ਉਹਨੇ ਆਪਣੀ ਘਰ ਵਾਲੀ ਨੂੰ ਕਹਿਤਾ ਸੀਗਾ ਵੀ ਤੂੰ ਚੰਗੀ ਗੱਲ ਆ ਸੋਚੀ ਜਾ, ਤੂੰ ਇਹ ਸੋਚੂਗੀ ਤਾਂ ਗੱਲ ਵਧੀਆ ਹੋਣੀ ਆ। ਤੇ ਇਹਦੇ ਨਾਲ ਹੀ ਦੇਖੋ ਜੀ, ਤੇ ਉਹ ਫਿਰ ਹੌਲੀ ਹੌਲੀ ਜਿੱਦਾਂ ਉਹਨੇ ਵੀ ਆਪਣੀ ਗੱਲ ਜਿਹੜੀ ਸੀ ਪੱਲੇ ਬੰਨ੍ਹ ਲਈ ਸੀਗੀ। ਜਦੋਂ ਉਹਨੇ ਗੱਲ ਉਹ ਪੱਲੇ ਬੰਨ੍ਹ ਲਈ ਤਾਂ ਉਹ ਇਹ ਗੱਲ ਉਹਨੇ ਰੱਖੀ, ਮੈਂ ਘਰ ਜਾਣਾ ਆ ਠੀਕ ਹੋ ਕੇ। ਉਹ ਇਹ ਗੱਲ ਕਹਿੰਦੀ ਰਹੀ, ਮੈਂ ਘਰ ਜਾਣਾ ਠੀਕ ਹੋ ਕੇ, ਮੈਂ ਘਰ ਜਾਣਾ ਠੀਕ ਹੋ ਕੇ। ਜਦੋਂ ਤੁਸੀਂ ਚੰਗੀ ਗੱਲ ਸੋਚਦੇ ਆ ਤੇ ਉਹ ਚੰਗਾ ਹੀ ਹੋਣਾ ਆ। ਤੁਹਾਡੀ ਸੋਚ 'ਤੇ ਨਿਰਭਰ ਹੋ ਜਾਂਦੀ ਹੈ ਗੱਲ। ਕਈ ਵਾਰੀ ਬੰਦੇ ਨੂੰ ਇੱਦਾਂ ਦੀਆਂ ਹੁੰਦੀਆਂ ਗੱਲਾਂ ਬਾਤਾਂ। ਹੈਲੋ ਜੀ, ਕਾਂਚੀ ਟੀਵੀ 'ਤੇ ਸਵਾਗਤ ਹੈ ਜੀ। ਹੈਲੋ ਜੀ, ਜੈ ਗੁਰਦੇਵ ਜੀ, ਧੰਨ ਗੁਰਦੇਵ ਜੀ। ਹਾਂਜੀ, ਜੈ ਗੁਰਦੇਵ ਜੀ, ਧੰਨ ਗੁਰਦੇਵ। ਚਰਨ ਕੌਰ ਜੀ। ਹਾਂਜੀ, ਕਿੱਦਾਂ ਠੀਕ ਆ ਤੁਸੀਂ? ਹਾਂਜੀ ਅਸੀਂ ਠੀਕ ਆ। ਥੋੜੀ ਜਿਹੀ ਟੈਲੀਫੋਨ ਦੀ ਹਾਂਜੀ ਹਾਂਜੀ, ਮੈਂ ਸਮਝ ਗਈ ਸੀ। ਹਾਂਜੀ, ਤਾਂ ਮੈਂ ਕਿਹਾ ਮੋਰੇ ਹੋਰ ਵੀ ਇੱਕ ਨੰਬਰ ਦਿੰਦੇ ਆ, ਪਰ ਆਹੀ ਚੱਲੀ ਜਾਊਗਾ, ਇਕੱਠ ਹੋ ਜੇ ਕੋਈ ਨਹੀਂ। ਹਾਂਜੀ। ਤਾਂ ਮੈਂ ਕਿਹਾ ਮੇਰੇ ਨਾਲ ਜਿੱਦਾਂ ਕਰਦੀ ਹੁੰਦੀ ਭੈਣ ਜੀ ਗੱਲਾਂ, ਬਹੁਤ ਸੋਹਣੇ ਲੱਗਦੇ, ਸੱਜਦੇ ਨਾਈਸ ਬੈਠੇ ਹੈ ਨਾ। ਹਾਂਜੀ, ਥੈਂਕ ਯੂ। ਤੇ ਜਿਹੜੀਆਂ ਤੁਹਾਡੀਆਂ ਗੱਲਾਂ ਸੀਗੀਆਂ ਨਾ, ਉਹ 100% ਆ ਠੀਕ। ਹਾਂਜੀ। ਕਈ ਵਾਰੀ ਨਾ ਬੰਦਾ ਧੋਖਾ ਖਾ ਜਾਂਦਾ ਜੀ। ਮੈਂ ਆਪਣੇ ਤੇ ਘੇਰਦੀ ਹੈ ਨਾ, ਮੈਂ ਬਹੁਤ ਛੇਤੀ ਨਾ ਕਿਸੇ ਦੇ ਕੋਈ ਭੈਣ ਹੋਵੇ ਜਾਂ ਕੋਈ ਨਿਆਣਾ ਹੋਵੇ, ਮੈਂ ਉਹਨਾਂ ਦਾ ਸਾਰਾ ਕੁਝ ਸੱਚੇ ਮੰਨ ਲੈਂਦੀ ਹਾਂ। ਹਾਂਜੀ ਹਾਂਜੀ। ਫਿਰ ਉਹ ਮੈਨੂੰ ਵੱਡੇ ਵੱਡੇ ਧੋਖੇ ਮਿਲ ਜਾਂਦੇ ਬਹੁਤ ਜ਼ਿਆਦੇ ਹੈ ਨਾ। ਹਾਂਜੀ ਹਾਂਜੀ ਹਾਂਜੀ। ਤੇ ਵਿੱਚ ਗੱਲਾਂ ਦੇ ਵਿੱਚ ਆ ਕੇ ਹਾਂਜੀ, ਤਾਂ ਵੈਸੇ ਸਾਰਾ ਤੁਹਾਡਾ ਪ੍ਰੋਗਰਾਮ ਚੰਗਾ, ਮੈਂ ਜ਼ਿਆਦਾ ਨਹੀਂ ਗੱਲਾਂ ਕਰਦੀ, ਟਾਈਮ ਵੀ ਥੋੜਾ ਰਹਿੰਦਾ ਆ ਜੀ। ਤੇ ਮੈਂ ਹੁਣ ਕੁਝ ਕਹਿੰਦੀ ਆ ਨਾ। ਹਾਂਜੀ। ਪਿਆਰ ਨਾਲ ਹੈ ਦੋਸਤੋ ਜਗ ਰੋਸ਼ਨ ਜੀ। ਪਿਆਰ ਨਾਲ ਹੈ ਦੋਸਤੋ ਜਗ ਰੋਸ਼ਨ ਜੀ। ਇੱਕ ਦੂਜੇ ਦੇ ਨਾਲ ਪਿਆਰ ਕਰ ਲਓ। ਹਾਂ। ਕਿਸੇ ਵੀਰ ਤੋਂ ਗਲਤੀ ਜੇ ਹੋ ਜਾਂਦੀ, ਹਾਂਜੀ, ਸਾਹਮਣਾ ਬਹਿ ਕੇ ਨਾਲ ਵਿਚਾਰ ਕਰ ਲਓ। ਸਹੀ ਗੱਲ ਹੈ। ਮੈਂ ਕਿ ਅਮਾਨ ਦੇ ਨਾਲ ਵਿਚਾਰ ਕਰ ਲਓ ਜੀ। ਪਰ ਲੜ ਝਗੜ ਕੇ ਕੀ ਲੈ ਜਾਣਾ? ਕੁਛ ਨਹੀਂ ਲੈ ਜਾਣਾ। ਉਹ ਲੜ ਝਗੜ ਕੇ ਕੀ ਲੈ ਜਾਣਾ?
ਜੇ ਹੋ ਸਕਦਾ ਤਾਂ ਏਕਤਾ ਕਰ ਲਓ। ਏਕਤਾ ਕਰ ਲਓ, ਸਹੀ ਗੱਲ ਹੈ। ਹਾਂਜੀ, ਲੜ ਝਗੜ ਕੇ ਕੀ ਲੈਣਾ, ਜੇ ਕੀ ਲੈਣਾ, ਹੋ ਸਕਦਾ ਤਾਂ ਏਕਤਾ ਕਰ ਲਓ। ਕਰ ਸਕੋ ਤੇ ਏਕਤਾ ਯਾਰ ਕਰ ਲਓ ਜੀ, ਏਕਤਾ ਪਿਆਰ ਕਰ ਲਓ। ਹਾਂਜੀ, ਸਹੀ ਗੱਲ। ਸਬਰੀ ਦਾ ਲਿਖਿਆ ਆ। ਹਾਂਜੀ ਹਾਂਜੀ। ਸਬਰੀ ਦੁਨੀਆ ਚੋਂ ਦੁਨੀਆ ਇਹ ਮੇਲਾ ਜੀ, ਸਬਰੀ ਦੁਨੀਆ ਇਹ 4 ਦਿਨ ਦਾ ਮੇਲਾ। ਹਾਂਜੀ, ਹੱਸ ਖੇਡ ਕੇ ਵਕਤ ਗੁਜ਼ਾਰ ਕਰ ਲਓ ਜੀ। ਪਿਆਰ ਨਾਲ ਹੈ ਦੁਨੀਆ ਰੋਸ਼ਨ, ਇੱਕ ਨਾਲ ਦੂਜੇ ਦੇ ਪਿਆਰ ਕਰ ਲਓ। ਪਿਆਰ ਕਰ ਲਓ ਬਸ ਜੀ। ਇਹ ਗੱਲਾਂ ਉੱਥੇ ਆ ਜਾਂਦੀਆਂ ਆ ਤੇ ਕਈਆਂ ਨੂੰ ਏਦਾਂ ਦਾ ਪਿਆਰ ਵੀ ਮਿਲ ਜਾਂਦਾ ਆ। ਇਹ ਨੀ ਗੱਲ ਜੇ ਤੌਰ ਤੇ ਕਈ ਵਾਰੀ ਸੋਚੀਦਾ ਇਹ ਨੀ ਠੀਕ ਹੋਣਾ ਤੇ ਉੱਥੋਂ ਪਿਆਰ ਵੀ ਮਿਲ ਜਾਂਦਾ ਆ ਨਾ। ਜਿੱਦਾਂ ਹੁਣ ਪੁਰਾਣੇ ਆਇਓ ਬਚਪਨ ਦੇ ਤੇ ਭੈਣ ਜੀ, ਤੇ ਬੜੀ ਦੁਨੀਆ ਦੇਖੀ, ਕੰਮਾਂ ਤੇ ਵੀ ਦੇਖੀ ਆ, ਗੁਰਦੁਆਰੇ ਤੇ ਦੇਖੀ ਆ। ਤੇ ਮੈਂ ਜਿਹਨੂੰ ਮਿਲਣਾ ਹੁੰਦਾ ਮੈਨੂੰ ਮੂੰਹ ਲਾਈ ਕਰਦੀ ਹੁੰਦੀ ਜੇ ਕੁਮਾਰ ਕੀਤੀ ਵੀ ਟੱਕਰ ਜਾਏ ਨਾ, ਮੈਨੂੰ ਘਰ ਦੇ ਨਾਲ ਦੂਣਾ ਇਹ ਲੱਗ ਜਾਂਦਾ ਕਿੱਦਾਂ ਕੋਈ ਨਾ ਇੰਨੇ ਸੋਗ ਦੇ ਨਾਲ ਬੋਲਦੇ ਆ, ਇੰਨਾ ਨਾਈਸ, ਜਿਹੜੇ ਸੱਚੇ ਚੰਗੇ ਵੀ ਹੁੰਦੇ ਆ ਨਾ। ਮੈਂ ਦੋ ਲਫ਼ਜ਼ ਹੋਰ ਕਹਿ ਜਾਂਦੀ ਆ। ਸਾਡੇ ਵੱਲ ਮੁਖੜਾ ਮੋੜ ਵੇ ਪਿਆਰਿਆ, ਸਾਡੇ ਵੱਲ ਮੁਖੜਾ ਮੋੜ, ਆਪੇ ਪਾਈਆਂ ਕੁੰਡੀਆਂ ਤੇ ਆਪੇ ਖਿੱਚਦਾ ਡੋਰ। ਸਾਡੇ ਵੱਲ ਮੁਖੜਾ ਮੋੜ ਵੇ ਪਿਆਰਿਆ, ਸਾਡੇ ਵੱਲ ਮੁਖੜਾ ਮੋੜ। ਪੁਰਸ਼ਿਤੇ ਪਾਂਗਾ ਮੇਰੀਆਂ ਪਾਂਗਾ ਮੇਰੀਆਂ ਮੱਕੇ ਪੈ ਗਿਆ ਛੋਰ। ਸਾਡੇ ਵੱਲ ਮੁਖੜਾ ਮੋੜ ਵੇ ਪਿਆਰਿਆ, ਸਾਡੇ ਵੱਲ ਮੁਖੜਾ ਮੋੜ। ਮਰਨਾ ਨਹੀਂ, ਮਰ ਗਿਆ ਕੋਈ ਹੋਰ। ਸਾਡੇ ਵੱਲ ਮੁਖੜਾ ਮੋੜ ਵੇ ਪਿਆਰਿਆ, ਸਾਡੇ ਵੱਲ ਮੁਖੜਾ ਮੋੜ। ਥੈਂਕ ਯੂ ਮੇਰੀ ਭੈਣ ਜੀ। ਥੈਂਕ ਯੂ ਹੈ ਤੁਹਾਡਾ, ਤੁਸੀਂ ਆਏ ਪਿਆਰੀ ਪਿਆਰੀ। ਨਹੀਂ ਮੈਂ ਤਾਂ ਅੱਜ ਮੈਂ ਕਿਹਾ ਮੈਂ ਪਿਛਲੀ ਵੀ ਉੱਦੇ ਰਹਿ ਗਈ, ਹੁਣ ਮੈਂ ਨਾ ਅੱਜ ਜਦ ਦੇ ਤੁਹਾਡੇ ਆਇਓ ਜਦ ਦੇ ਖੋਲ ਖਲੀਆ ਰੱਖਿਆ ਆ। ਥੈਂਕ ਯੂ ਮੇਰੀ ਭੈਣ ਜੀ। ਜੈ ਕਰਦੇ ਸਾਰਿਆਂ ਨੂੰ, ਸੁਣਨ ਵਾਲਿਆਂ ਨੂੰ ਵੀ, ਜਿਹੜੇ ਆਉਂਦੇ ਭੈਣ ਭਰਾ ਉਹਨਾਂ ਨੂੰ ਵੀ ਜੈ ਕਰਦੇ, ਬਹੁਤ ਧੰਨ ਕਰਦੇ। ਥੈਂਕ ਯੂ ਮੇਰੀ ਭੈਣ ਜੀ, ਥੈਂਕ ਯੂ। ਹੈ ਨਾ, ਇਹ ਹੁਣ ਵੀ ਸਾਡਾ ਅੱਗੇ ਵਧਣ ਵਾਲਾ ਹੀ ਆ, ਥੋੜਾ ਹੀ ਰਹਿੰਦਾ ਆ। ਤੇ ਹੁਣ ਦੇਖੋ ਜੀ, ਥੋੜਾ ਜਿਹਾ ਹੋ ਗਈ ਸੀ ਗੜਬੜ, ਇੱਦਾਂ ਟੈਕਨੀਕਲ ਪ੍ਰੋਬਲਮ ਹੋ ਹੀ ਜਾਂਦੀ ਆ ਇੱਦਾਂ। ਇਹ ਹੁਣ ਮਸ਼ੀਨਰੀ ਆ, ਮਸ਼ੀਨਰੀ 'ਚ ਹੋ ਹੀ ਜਾਂਦਾ। ਹੁਣ ਟਾਈਮ ਦੇ ਹਿਸਾਬ ਨਾਲ ਫਿਰ ਚੱਲਣਾ ਪੈਂਦਾ ਆ। ਤੇ ਬਾਕੀ ਉਹਦੇ ਕਰਕੇ ਹੁਣ ਥੋੜਾ ਸਾਰੇ ਕੋਲ ਕਰਦੇ ਸੀਗੇ ਤਾਂ ਲੇਟ ਹੋ ਗਏ ਸਾਰੇ। ਫਿਰ ਜਿੱਦਾਂ ਕੋਈ ਗੱਲਬਾਤ ਨਹੀਂ ਅੱਜ ਹੋ ਸਕੀ ਇੰਨੀ ਉਹਨਾਂ ਦੀ ਮੇਰੇ ਨਾਲ। ਤੇ ਕੋਈ ਨਹੀਂ, ਅਗਲੇ ਹਫ਼ਤੇ ਸਹੀ, ਅਗਲੀ ਵੀਕੇ ਸਹੀ, ਉਹ ਜ਼ਰੂਰ ਮੇਰੇ ਨਾਲ ਗੱਲਾਂ ਬਾਤਾਂ ਕਰਨਗੇ ਜੋ ਵੀ ਉਹਨਾਂ ਦੇ ਦਿਲ ਦੀਆਂ ਹੈਗੀਆਂ। ਤੇ ਹੁਣ ਟਾਈਮ ਜਿਹੜਾ ਹੁੰਦਾ ਹੈ, ਟਾਈਮ ਦਾ ਕਹਿੰਦੇ ਹੁੰਦੇ ਕਿਸੇ ਦੀ ਉਡੀਕ ਨਹੀਂ ਕਰਦਾ। ਟਾਈਮ ਨੇ ਤਾਂ ਆਪਣਾ ਵਕਤ ਨੇ ਜਿਹੜਾ ਉਹਨੇ ਚੱਲਦਾ ਹੀ ਰਹਿਣਾ ਆ। ਤੇ ਹੁਣ ਅਸੀਂ ਸਾਰਿਆਂ ਦਾ, ਜਿੰਨੇ ਵੀ ਸਾਡੇ ਭੈਣਾਂ ਭਰਾ ਆ, ਉਡੀਕ ਵੀ ਕਰਦੇ ਸੀਗੇ, ਜਿਹੜੇ ਆਏ ਵੀ ਆ, ਅਸੀਂ ਉਹਨਾਂ ਦਾ ਥੈਂਕ ਯੂ ਕਰਦੇ ਹਾਂ। ਤੇ ਅਗਲੇ ਹਫ਼ਤੇ ਜ਼ਰੂਰ ਆਉਣਗੇ। ਅਗਲੀ ਵੀ ਮੈਂ ਸੋਹਣੀ ਜਿਹੀ ਕਹਾਣੀ ਲੈ ਕੇ ਆਊਂਗੀ। ਤੇ ਇਹ ਜੋ ਵੀ ਅਸੀਂ ਉਹਨਾਂ ਦੇ ਵਿਊ ਆ, ਸਾਡੇ ਵਿਊ ਆ, ਇਹ 'ਤੇ ਕਾਂਛੀ TV ਦਾ ਕੋਈ ਲੈਣਾ ਦੇਣਾ ਨਹੀਂ ਹੈਗਾ। ਉਹਨਾਂ ਦੇ ਆਪਣੇ ਸੀਗੇ, ਮੇਰੇ ਆਪਣੀਆਂ ਗੱਲਾਂ ਬਾਤਾਂ ਸੀਗੀਆਂ। ਤੇ ਬਾਕੀ ਤੁਸੀਂ ਹਮੇਸ਼ਾ ਜਿੱਦਾਂ ਵੀ ਅੱਗੇ ਸਾਥ ਦਿੰਦੇ ਆ, ਅਗਾਂਹ ਵੀ ਤੁਸੀਂ ਸਾਡਾ ਸਾਥ ਦੇਣਾ ਆ। ਜਿੰਨੇ ਵੀ ਕਾਂਛੀ TV ਦੇ ਪ੍ਰੋਗਰਾਮ ਆਉਂਦੇ ਆ, ਬਹੁਤ ਵਧੀਆ ਆਉਂਦੇ ਆ, ਬਹੁਤ ਸੋਹਣੇ ਆਉਂਦੇ ਆ। ਤੁਸੀਂ ਸਾਰਿਆਂ ਦੇ ਪ੍ਰੋਗਰਾਮਾਂ 'ਚ ਇੱਦਾਂ ਹੀ ਹਿੱਸਾ ਪਾਇਆ ਕਰੋ, ਇੱਦਾਂ ਹੀ ਤੁਸੀਂ ਜੁੜੇ ਰਿਹਾ ਕਰੋ ਤੇ ਗੱਲਾਂ ਬਾਤਾਂ ਆਪਣੀਆਂ ਕਰਿਆ ਕਰੋ। ਤੇ ਜਿੱਦਾਂ ਗੱਲਾਂ ਤੁਸੀਂ ਕਰਦੇ ਆ ਤਾਂ ਸਾਡਾ ਵੀ ਮਨ ਬਹੁਤ ਖੁਸ਼ ਹੁੰਦਾ ਆ। ਤੇ ਅਸੀਂ ਦੇਖੋ ਜੀ, ਤੁਹਾਡੀਆਂ ਗੱਲਾਂ ਸੁਣ ਕੇ ਅਸੀਂ ਖੁਸ਼ ਹੋ ਜਾਂਦੇ ਆ ਤੇ ਸਾਨੂੰ ਇੰਨਾ ਸੋਹਣਾ ਲੱਗਦਾ ਆ। ਤੇ ਜਿੱਦਾਂ ਹੁਣ ਸਾਡਾ ਟਾਈਮ ਅੱਗੇ ਵਧਣ ਵਾਲਾ ਹੀ ਆ, ਹੁਣ ਥੋੜ੍ਹਾ ਹੀ ਰਹਿੰਦਾ ਆ। ਤੇ ਹਾਂਜੀ, ਜੈ